ਸਟੂਡੈਂਟਸ ਅੱਜ ਅਸੀਂ ਕਲਾਸ +2 ਦਾ ਸੈਕੰਡ ਚੈਪਟਰ ਸ਼ੁਰੂ ਕਰਨ ਲੱਗੇ ਹਾਂ ਜਿਹਦਾ ਨਾਮ ਹੈ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ। ਤਾਂ ਇਹਦੀਆਂ ਕੁੱਲ 2 ਐਕਸਰਸਾਈਜ਼ਸ ਨੇ। ਤਾਂ ਪਹਿਲਾਂ ਆਪਾਂ ਅੱਜ ਦੀ ਜੋ ਵੀਡੀਓ ਹੈ ਇਹਦੇ ਵਿੱਚ ਸਿਰਫ ਬੇਸਿਕਸ ਕਰਾਂਗੇ, ਐਕਸਰਸਾਈਜ਼ ਸ਼ੁਰੂ ਨਹੀਂ ਕਰਾਂਗੇ ਕਿਉਂਕਿ ਬੇਸਿਕਸ ਕਰਨੇ ਬਹੁਤ ਜ਼ਰੂਰੀ ਨੇ। ਤਾਂ ਸ਼ੁਰੂ ਕਰਦੇ ਹਾਂ ਆਪਾਂ ਨੇ +1 ਦੇ ਵਿੱਚ ਟ੍ਰਿਗਨੋਮੈਟਰੀ ਚੈਪਟਰ ਪੜ੍ਹ ਰੱਖਿਆ ਪਹਿਲਾਂ, ਤਾਂ ਉਹਦੇ ਵਿੱਚੋਂ 1-2 ਗੱਲਾਂ ਸਿੱਖਦੇ ਹਾਂ ਤਾਂ ਹੀ ਆਪਾਂ ਨੂੰ ਇਹ ਕੀ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਕੀ ਹੁੰਦੇ ਆ, ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ, ਤਾਂ ਹੀ ਸਮਝ ਆ ਸਕਣਗੇ। ਤਾਂ ਦੇਖੋ, ਸਭ ਤੋਂ ਪਹਿਲੀ ਗੱਲ ਤੁਹਾਨੂੰ ਪੜ੍ਹਿਆ ਹੋਇਆ ਕਿ ਜੋ 4 ਕੁਆਡਰੈਂਟ ਹੁੰਦੇ ਆ, ਫਸਟ ਕੁਆਡਰੈਂਟ ਹੁੰਦਾ ਹੈ, ਸੈਕੰਡ ਹੈ, ਥਰਡ ਹੈ, ਫੋਰਥ। ਇਹਦੇ ਵਿੱਚ ਤੁਹਾਨੂੰ ਪਤਾ ਸਾਰੇ ਪੋਜ਼ਿਟਿਵ ਹੁੰਦੇ ਆ। ਸਾਈਨ, ਕੋਸ, ਟੈਨ, ਸੀਕੈਂਟ, ਕੋਸੀਕੈਂਟ, ਕਾਟ, ਮਤਲਬ ਸਾਰੇ ਜੋ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਹੁੰਦੇ ਆ ਉਹ ਪੋਜ਼ਿਟਿਵ ਹੁੰਦੇ ਆ। ਹਜੇ ਆਪਾਂ ਇਨਵਰਸ ਦੀ ਗੱਲ ਨਹੀਂ ਕਰ ਰਹੇ, ਸਿਰਫ ਟ੍ਰਿਗਨੋਮੈਟਰੀ ਦੀ ਗੱਲ ਕਰ ਰਹੇ ਹਾਂ। ਤਾਂ ਪਹਿਲੇ ਕੁਆਡਰੈਂਟ ਦੇ ਵਿੱਚ ਸਾਰੇ ਪੋਜ਼ਿਟਿਵ ਹੁੰਦੇ ਆ, ਆਲ ਪੋਜ਼ਿਟਿਵ। ਦੂਜੇ ਦੇ ਵਿੱਚ ਸਾਈਨ ਪੋਜ਼ਿਟਿਵ ਹੁੰਦਾ ਤੇ ਸਾਈਨ ਦਾ ਜੋ ਰੈਸੀਪ੍ਰੋਕਲ ਆ ਕੋਸੀਕੈਂਟ ਉਹ ਵੀ ਪੋਜ਼ਿਟਿਵ ਹੁੰਦਾ। ਐਵੇਂ ਹੀ ਇਹ 'ਚ ਟੈਨ ਪੋਜ਼ਿਟਿਵ ਹੁੰਦਾ, ਉਹਦਾ ਰੈਸੀਪ੍ਰੋਕਲ ਕਾਟ ਵੀ ਪੋਜ਼ਿਟਿਵ ਹੁੰਦਾ। ਇਹ 'ਚ ਕੋਸ ਪੋਜ਼ਿਟਿਵ ਹੁੰਦਾ, ਉਹਦਾ ਰੈਸੀਪ੍ਰੋਕਲ ਸੀਕੈਂਟ ਵੀ ਪੋਜ਼ਿਟਿਵ ਹੁੰਦਾ। ਤਾਂ ਇਹਨਾਂ ਨੂੰ ਯਾਦ ਰੱਖਣ ਲਈ ਆ ਮੇਨ ਚੀਜ਼ਾਂ ਆਪਾਂ ਯਾਦ ਰੱਖਣ ਲਈ ਇਹ ਯਾਦ ਰੱਖ ਲੈਣੇ ਹੁੰਦੇ ਆ। ਆਲ ਸਕੂਲ ਟੂ ਕਾਲਜ। ਆਲ ਮਤਲਬ ਆਲ ਪੋਜ਼ਿਟਿਵ ਇੱਥੇ ਨੇ, ਸਕੂਲ ਮਤਲਬ ਇੱਥੇ ਸਿਰਫ ਸਾਈਨ ਪੋਜ਼ਿਟਿਵ ਹੈ, ਇੱਥੇ ਟੂ ਮਤਲਬ ਟੈਨ ਪੋਜ਼ਿਟਿਵ ਹੈ, ਕਾਲਜ ਮਤਲਬ ਸੀ ਮਤਲਬ ਕੋਸ ਪੋਜ਼ਿਟਿਵ ਆ। ਤਾਂ ਉਹਨਾਂ ਦੇ ਰੈਸੀਪ੍ਰੋਕਲ ਵੀ ਪੋਜ਼ਿਟਿਵ ਨੇ, ਇਹ ਵੀ ਆਪਾਂ ਸਮਝ ਲਿਆ। ਤਾਂ ਪਹਿਲੀ ਕੁਆਡਰੈਂਟ ਦੇ ਵਿੱਚ ਸਾਰੇ ਪੋਜ਼ਿਟਿਵ, ਇਹ 'ਚ ਸਾਈਨ, ਇਹ 'ਚ ਟੈਨ, ਇਹ 'ਚ ਕੋਸ, ਇਹ ਪੋਜ਼ਿਟਿਵ ਹੁੰਦੇ ਆ। ਜੇ ਇਹ 'ਚ ਜਿਵੇਂ ਸਾਈਨ ਪੋਜ਼ਿਟਿਵ ਹੈ ਤਾਂ ਬਾਕੀ ਸਾਰੇ ਕੀ ਹੋ ਗਏ, ਕੋਸ ਟੈਨ ਕੀ ਹੋ ਗਏ, ਨੈਗੇਟਿਵ। ਤੇ ਇਹਦੇ ਵਿੱਚ ਟੈਨ ਪੋਜ਼ਿਟਿਵ ਆ, ਕਾਟ ਪੋਜ਼ਿਟਿਵ ਆ, ਬਾਕੀ ਚਾਰੋਂ ਨੈਗੇਟਿਵ ਹੋ ਗਏ। ਇਸ ਤਰੀਕੇ ਨਾਲ ਆਪਾਂ ਸਿਰਫ ਪੋਜ਼ਿਟਿਵ ਵੈਲਿਊ ਯਾਦ ਰੱਖਣੀਆਂ ਨੇ। ਪਹਿਲੀ ਗੱਲ ਤਾਂ ਤੁਹਾਡੇ ਇਹ ਯਾਦ ਹੋਣੀਆਂ ਚਾਹੀਦੀਆਂ ਨੇ। ਪਹਿਲਾ ਕੁਆਡਰੈਂਟ ਕਿੱਥੋਂ ਕਿੱਥੇ ਤੱਕ ਚੱਲਦਾ, 0 ਤੋਂ ਲੈ ਕੇ 90 ਡਿਗਰੀ ਤੱਕ ਜਾਂ π/2 ਤੱਕ। ਦੂਜਾ π/2 ਤੋਂ ਪਾਈ ਤੱਕ ਜਾਂ ਕਹਿ ਸਕਦੇ ਹਾਂ 180 ਡਿਗਰੀ ਤੱਕ। ਅਗਲਾ ਐਵੇਂ 270 ਤੱਕ, ਦੁਬਾਰਾ 360 ਤੱਕ। ਤਾਂ ਐਵੇਂ ਸਾਰੇ ਇਹ ਤੁਸੀਂ ਪਹਿਲਾ ਨੰਬਰ ਤੇ ਤਾਂ ਇਹੀ ਗੱਲ ਤੁਸੀਂ ਯਾਦ ਕਰ ਲਓ ਹੁਣੇ ਵੀ ਸਾਰੇ ਕਿੱਥੇ ਕਿੱਥੇ ਕਿਹੜੀ ਚੀਜ਼ ਪੋਜ਼ਿਟਿਵ ਹੁੰਦੀ ਹੈ। ਦੂਸਰਾ ਜੋ ਬੇਸਿਕ ਆਪਾਂ ਸਮਝਣਾ ਹੈ, ਇਹ ਵੀ ਆਪਾਂ ਪਿਛਲੀ ਕਲਾਸ ਦੇ ਵਿੱਚ ਕੀਤਾ ਹੋਇਆ ਕਿ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਆਰ ਪੀਰੀਓਡਿਕ। ਜੋ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਹੁੰਦੇ ਸੀ ਨਾ ਉਹ ਪੀਰੀਓਡਿਕ ਹੁੰਦੇ ਆ। ਪੀਰੀਓਡਿਕ ਕੀ ਹੁੰਦਾ? ਪੀਰੀਓਡਿਕ ਦਾ ਮਤਲਬ ਜੋ ਚੀਜ਼ ਆਪਣੇ ਆਪ ਨੂੰ ਕਿਸੇ ਖਾਸ ਇੰਟਰਵਲ ਦੇ ਬਾਅਦ ਰਿਪੀਟ ਕਰਨ ਲੱਗ ਜੇ। ਜਿਵੇਂ ਆਪਾਂ ਗੱਲ ਕਰੀਏ ਸੂਰਜ ਦੀ, ਉਹ ਆਪਾਂ ਨੂੰ ਪਤਾ ਉੱਥੇ ਖੜਾ ਰਹਿੰਦਾ ਤੇ ਅਰਥ ਹੈ ਜਿਹੜੀ ਉਹਦੇ ਆਲੇ ਦੁਆਲੇ ਘੁੰਮਦੀ ਹੈ। ਤਾਂ ਉਹ 365 ਡੇਜ਼ ਦੇ ਵਿੱਚ ਤੇ ਉਹਦੇ ਵਿੱਚ ਉਹ ਪੂਰਾ ਸਰਕਲ ਹੈ ਜਿਹੜਾ ਉਹਦੇ ਅਰਾਊਂਡ ਕਵਰ ਕਰ ਦਿੰਦੀ ਹੈ। ਤਾਂ ਉਹਦਾ ਇੱਕ ਪੀਰੀਅਡ ਹੋ ਗਿਆ ਹੈ ਨਾ। ਦੁਬਾਰਾ ਫੇਰ ਉਵੇਂ ਹੀ ਕਰਨ ਲੱਗ ਜਾਂਦੀ ਹੈ, ਦੂਜਾ ਪੀਰੀਅਡ ਹੋ ਗਿਆ, ਤੀਜੇ ਸਾਲ ਫੇਰ ਉਵੇਂ ਘੁੰਮਣ ਲੱਗ ਜਾਂਦੀ ਹੈ। ਤਾਂ ਇਸ ਤਰੀਕੇ ਨਾਲ ਉਹ ਪੀਰੀਓਡਿਕ ਮੋਸ਼ਨ ਸ਼ੋ ਕਰਦੀ ਆ। ਜਿਵੇਂ ਆਪਾਂ ਵੀ ਕਈ ਵਾਰ ਜੇ ਆਪਾਂ ਨੋਰਮਲ ਰੂਟੀਨ 'ਚ ਦੇਖੀਏ ਤਾਂ ਉਵੇਂ ਆਪਾਂ ਸਵੇਰੇ ਉੱਠਦੇ ਹਾਂ, ਉਵੇਂ ਸਕੂਲ ਜਾਂਦੇ ਹਾਂ, ਵਾਪਸ ਐਵੇਂ ਕੋਚਿੰਗ ਕਲਾਸਿਸ ਜਾਂਦੇ ਹਾਂ, ਘਰੇ ਜਾਂਦੇ ਹਾਂ, ਤੇ ਇੱਕ ਆਪਣਾ ਪੀਰੀਅਡ ਪੂਰਾ ਹੋ ਗਿਆ। ਦੂਸਰੇ ਦਿਨ ਸਵੇਰੇ ਫੇਰ ਆਪਾਂ ਉਸੇ ਟਾਈਮ ਉੱਠਦੇ ਹਾਂ, ਫੇਰ ਉਵੇਂ ਖਾਣਾ ਖਾਂਦੇ ਹਾਂ, ਉਵੇਂ ਸਕੂਲ ਜਾਂਦੇ ਹਾਂ, ਕੋਚਿੰਗ ਕਲਾਸਿਸ ਜਾਂਦੇ ਹਾਂ। ਤਾਂ ਇਸ ਤਰੀਕੇ ਨਾਲ ਆਪਾਂ ਵੀ ਨਾਰਮਲੀ ਪੀਰੀਓਡਿਕ ਮੋਸ਼ਨ ਸ਼ੋ ਕਰਦੇ ਹਾਂ। ਤਾਂ ਇਸ ਤਰੀਕੇ ਨਾਲ ਜੋ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਹੁੰਦੇ ਆ ਉਹ ਵੀ ਪੀਰੀਓਡਿਕ ਹੁੰਦੇ ਆ। ਉਹ ਵੀ ਇੱਕ ਖਾਸ ਟਾਈਮ ਬਾਅਦ ਆਪਣੇ ਆਪ ਨੂੰ ਰਿਪੀਟ ਕਰਨ ਲੱਗ ਜਾਂਦੇ ਨੇ। ਤਾਂ ਇਹ ਗੱਲ ਆਪਾਂ ਨੂੰ ਪਹਿਲਾਂ ਤਾਂ ਪਤਾ ਹੋਣੀ ਚਾਹੀਦੀ ਆ। ਜਿਵੇਂ ਆਪਾਂ ਸਿਰਫ ਸਾਈਨ ਦੀ ਗੱਲ ਕਰ ਲੈਂਦੇ ਹਾਂ, ਇਹ ਚੀਜ਼ਾਂ ਸਾਰਿਆਂ ਲਈ ਹੁੰਦੀਆਂ ਨੇ ਪਰ ਆਪਾਂ ਸਿਰਫ ਸਾਈਨ ਦੇ ਵਿੱਚ ਸਮਝ ਲੈਂਦੇ ਹਾਂ। ਕੋਸ, ਟੈਨ, ਸੀਕੈਂਟ ਵੀ ਸਾਰੇ ਸੇਮ ਹੁੰਦੇ ਨੇ। ਜਾਣੀ ਕਿ ਦੇਖੋ, ਜਿਵੇਂ ਇੱਥੋਂ 0 ਡਿਗਰੀ ਤੋਂ ਸ਼ੁਰੂ ਹੋਈ ਵੈਲਿਊ, ਚਲੀ ਗਈ ਇੱਥੇ ਜਾ ਕੇ 360 ਹੋ ਗਈ। ਜੇ ਹੁਣ 360 ਤੋਂ ਅੱਗੇ ਕੋਈ ਇੱਥੇ ਆ ਜੇ ਵੈਲਿਊ ਤਾਂ ਉਹ ਕੋਈ ਨਵੀਂ ਵੈਲਿਊ ਨਹੀਂ ਆਊਗੀ, ਉਹ ਪਹਿਲਾਂ ਜੋ ਇੱਥੇ ਸੀਗੀ ਸੇਮ ਉੱਥੇ ਹੀ ਆ ਜਾਊਗੀ। ਜਾਣੀ ਜਿਵੇਂ ਇੱਕ ਟਰੈਕ ਦੇ ਵਿੱਚ ਕੋਈ ਰਨਰ ਹੈ, ਉਹ ਭੱਜ ਰਿਹਾ ਹੁੰਦਾ ਹੈ, ਉਹ ਇੱਕ ਰਾਊਂਡ ਦੇਵੇ, ਦੂਜਾ ਦੇਵੇ, ਤੀਜਾ ਦੇਵੇ, ਉਹ ਡਿਸਟੈਂਸ ਕਿੰਨਾ ਵੀ ਕਵਰ ਕਰੀ ਚੱਲੇ ਪਰ ਪੋਜੀਸ਼ਨਸ ਨਹੀਂ ਉਹਦੀਆਂ ਬਦਲਦੀਆਂ। ਜੋ ਪਹਿਲੇ ਟਰੈਕ ਦੇ ਵਿੱਚ ਜਿੱਥੇ ਉਹ ਭੱਜ ਰਿਹਾ ਹੁੰਦਾ ਉੱਥੇ ਹੀ ਦੂਜੇ ਟਰੈਕ 'ਚ ਹੁੰਦਾ। ਉਸੇ ਤਰੀਕੇ ਨਾਲ ਕੋਈ ਐਂਗਲ ਕਿੰਨੇ ਵੀ ਰਾਊਂਡ ਦੇ ਐਵੇਂ ਕਰੀ ਜਾਵੇ ਪਰ ਉਹਦੀ ਵੈਲਿਊਜ਼ ਉਹੀ ਜੋ ਪਹਿਲੀ ਵਾਰ ਸੀਗੀਆਂ ਉਹੀ ਰਹਿੰਦੀਆਂ ਨੇ। ਤਾਂ ਮਤਲਬ ਦੁਬਾਰਾ ਉਹੀ ਰਿਪੀਟ ਹੁੰਦੀਆਂ ਰਹਿੰਦੀਆਂ ਨੇ। ਇਹਨੂੰ ਕਹਿ ਦਿੰਦੇ ਆ ਕਿ ਇਹ ਪੀਰੀਓਡਿਕ ਹੁੰਦੇ ਆ। ਤਾਂ ਇਹਦੋਂ ਅਗਲੀ ਗੱਲ ਹੁਣ ਦੇਖੋ ਤੁਸੀਂ, ਮੈਂ ਤੁਹਾਡੇ ਲਈ ਸਿਰਫ ਸਾਈਨ ਦੀਆਂ ਵੈਲਿਊਜ਼ ਦਾ ਟੇਬਲ ਬਣਾਇਆ। ਸਿਰਫ ਸਾਈਨ ਦੀ ਗੱਲ ਕਰ ਰਹੇ ਆਪਾਂ, ਸਾਰਿਆਂ ਲਈ ਇਹ ਚੀਜ਼ ਲਾਗੂ ਹੋਊਗੀ, ਸਾਰਿਆਂ ਨੂੰ ਦੱਸਣਾ ਬਾਰ-ਬਾਰ ਪੋਸੀਬਲ ਨਹੀਂ ਸੀ। ਤਾਂ ਮੈਂ ਸਿਰਫ ਸਾਈਨ ਤੁਹਾਨੂੰ ਸਮਝਾਉਣ ਲਈ ਬਣਾ ਲਿਆ। ਤਾਂ ਇਹ ਬੇਸਿਕ ਨੇ, ਸਿਰਫ ਤੁਸੀਂ ਬਸ ਯਾਦ ਰੱਖਣੇ ਨੇ। ਤਾਂ ਦੇਖੋ, ਜਿਵੇਂ ਹੁਣ ਮੈਂ ਸਾਈਨ ਦਾ ਟੇਬਲ ਬਣਾਇਆ, ਤੁਸੀਂ ਦੇਖੋ ਸਾਈਨ 30 ਡਿਗਰੀ ਹੁੰਦਾ, ਜੋ ਇੱਥੇ 30 ਡਿਗਰੀ ਐਂਗਲ ਮੈਂ ਬਣਾ ਲਿਆ, ਉਹਦੀ ਵੈਲਿਊ 1/2 ਹੁੰਦੀ ਹੈ। ਸਾਈਨ 45 ਦੀ ਵੈਲਿਊ 1/√2 ਹੁੰਦੀ ਹੈ।
ਐਵੇਂ sin 60 ਦੀ ਵੈਲਿਊ √3/2 ਹੁੰਦੀ ਹੈ, sin 90 1 ਹੁੰਦਾ। ਤਾਂ ਇਹ ਵੈਲਿਊਜ਼ ਤੁਹਾਡੇ ਯਾਦ ਹੋਣਗੀਆਂ ਪਹਿਲਾਂ ਹੀ ਵੀ ਐਵੇਂ 1/2 1/√2 √3/2 1। ਤਾਂ ਤੁਸੀਂ ਧਿਆਨ ਨਾਲ ਦੇਖੋ ਜੋ ਵੀ ਇਹ ਵੈਲਿਊਜ਼ ਆਈਆਂ ਨੇ ਫਸਟ ਕੁਆਡਰੈਂਟ ਦੇ ਵਿੱਚ, ਕੀ ਸੈਕੰਡ ਕੁਆਡਰੈਂਟ ਦੇ ਵਿੱਚ ਕੋਈ ਹੋਰ ਵੈਲਿਊਜ਼ ਆ ਗਈਆਂ? ਨਹੀਂ। ਚਾਹੇ 120 ਡਿਗਰੀ ਹੈ, ਚਾਹੇ 135 ਹੈ, ਚਾਹੇ 150 ਹੈ, ਐਂਗਲ ਬਦਲੀ ਜਾ ਰਹੇ ਨੇ, ਪਰ ਤੁਸੀਂ ਦੇਖੋ √3/2 ਇੱਧਰ ਵੀ ਸੀ, ਇੱਧਰ ਵੀ √3/2 ਆ ਗਿਆ, ਇੱਧਰ 1/√2 ਆ ਗਿਆ, ਤਾਂ ਇਹਦੀ ਵੈਲਿਊ 1/√2 ਹੁੰਦੀ ਹੈ। ਇੱਥੇ 1/2 ਹੈ, ਇੱਥੇ 1/2 ਹੈ, ਇਹ 0 ਹੈ, ਇਹ 0 ਹੈ। ਤਾਂ ਤੁਸੀਂ ਦੇਖ ਰਹੇ ਹੋ ਜਿਹੜੀਆਂ ਵੈਲਿਊਜ਼ ਫਸਟ ਕੁਆਡਰੈਂਟ ਦੇ ਵਿੱਚ ਹੈਗੀਆਂ ਸੀ ਸੇਮ ਵੈਲਿਊ ਸੈਕੰਡ ਕੁਆਡਰੈਂਟ ਦੇ ਵਿੱਚ ਨੇ। ਤੇ ਥਰਡ ਕੁਆਡਰੈਂਟ 'ਚ ਕੀ ਫਰਕ ਹੈ? ਸਿਰਫ ਨੈਗੇਟਿਵ ਸਾਈਨ ਦਾ ਫਰਕ ਹੈ। ਨੈਗੇਟਿਵ 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 ਆ ਗਿਆ ਕਿਉਂਕਿ ਆਪਾਂ ਨੂੰ ਪਤਾ ਸਾਈਨ ਥਰਡ ਕੁਆਡਰੈਂਟ 'ਚ ਨੈਗੇਟਿਵ ਹੁੰਦਾ, ਪਹਿਲੇ ਦੋ 'ਚ ਪੋਜ਼ਿਟਿਵ ਹੁੰਦਾ। ਤਾਂ ਤੁਸੀਂ ਦੇਖ ਰਹੇ ਹੋ ਵੀ ਜੋ ਵੈਲਿਊਜ਼ ਨੇ ਉਹ ਇੱਥੇ ਨੈਗੇਟਿਵ ਆ ਰਹੀਆਂ ਨੇ, ਬਾਕੀ ਸੇਮ ਨੇ। ਦੇਖੋ 1/2 ਉਹ 'ਚ ਵੀ ਸੀ, ਇਹ 'ਚ ਵੀ 1/2 ਆ, ਬਸ ਮਾਈਨਸ ਹੈ। ਉਵੇਂ ਉਹਦੇ ਵਿੱਚ ਵੀ 1/√2 ਸੀ, ਇਹਦੇ ਵਿੱਚ ਵੀ ਆ, ਬਸ ਮਾਈਨਸ ਹੈ। ਉਵੇਂ ਉਹ 'ਚ ਵੀ √3/2 ਸੀ, ਇਹਦੇ ਵਿੱਚ ਵੀ √3/2 ਆ, ਬਸ ਮਾਈਨਸ ਹੈ। ਤਾਂ ਮੈਂ ਇਹ ਦੱਸਣਾ ਚਾਹ ਰਿਹਾ ਵੀ ਸਿਰਫ ਇੱਕ ਜਿਹੜਾ, ਜੇ ਤੁਸੀਂ ਇਹਨੂੰ ਧਿਆਨ ਨਾਲ ਗੱਲ ਨੂੰ ਸਮਝੋ, ਸਿਰਫ ਇੱਕ ਕੁਆਡਰੈਂਟ ਹੀ ਸਾਰੀਆਂ ਵੈਲਿਊਜ਼ ਕਵਰ ਕਰ ਲੈਂਦਾ, ਸਾਰੀਆਂ ਪੋਜ਼ਿਟਿਵ। ਮਤਲਬ ਸਾਈਨ ਦੀਆਂ ਵਰਲਡ ਦੇ ਵਿੱਚ ਕੋਈ ਵੀ ਹੋਰ ਵੈਲਿਊ ਨਹੀਂ ਐਗਜ਼ਿਸਟ ਕਰੂਗੀ, ਇੱਕ ਕੁਆਡਰੈਂਟ ਸਾਰੀਆਂ ਪੋਜ਼ਿਟਿਵ ਵੈਲਿਊਜ਼ ਕਵਰ ਕਰ ਲੂਗਾ। ਦੇਖੋ ਏਸੀ ਕੁਆਡਰੈਂਟ ਵਾਲੀਆਂ ਇਹ 'ਚ ਆ ਰਹੀਆਂ ਨੇ, ਇਹ 'ਚ ਕਿਹੜਾ ਕੋਈ ਨਵੀਆਂ ਆ ਰਹੀਆਂ ਨੇ, ਉਹੀ ਇਹ 'ਚ ਆ ਰਹੀਆਂ ਨੇ, ਬਸ ਨੈਗੇਟਿਵ ਨੇ। ਤਾਂ ਜੇ ਨੈਗੇਟਿਵ ਤੇ ਪੋਜ਼ਿਟਿਵ ਦੋਨੇ ਵੈਲਿਊਜ਼ ਕਵਰ ਕਰਨੀਆਂ ਹੋਣ ਆਪਾਂ ਸਾਈਨ ਦੀਆਂ ਸਾਰੀਆਂ, ਤਾਂ ਕਿੰਨੇ ਕੁਆਡਰੈਂਟ ਚਾਹੀਦੇ ਨੇ? ਇੱਕ ਕੁਆਡਰੈਂਟ ਚਾਹੀਦਾ ਜਿਹੜਾ ਸਾਰੀਆਂ ਪੋਜ਼ਿਟਿਵ ਵੈਲਿਊਜ਼ ਕਵਰ ਕਰ ਦੂ, ਤੇ ਇੱਕ ਕੋਈ ਹੋਰ ਕੁਆਡਰੈਂਟ ਚਾਹੀਦਾ ਜਿਹੜਾ ਸਾਰੀਆਂ ਨੈਗੇਟਿਵ ਵੈਲਿਊਜ਼ ਕਵਰ ਕਰ ਦੂ। ਇਹ ਵੀ ਹੋ ਸਕਦਾ ਇਹ 'ਚ ਵੀ ਨੈਗੇਟਿਵ ਹੁੰਦਾ ਸਾਈਨ, ਤਾਂ ਉਹ ਇਹ ਵੀ ਲੈਤਾ ਜਾ ਸਕਦਾ। ਜੇ ਆਪਾਂ ਮੋਟਾ ਜਿਹਾ ਆਈਡੀਆ ਲਾਈਏ ਤਾਂ ਇਹ ਕਿ ਆਹ ਦੋ ਜੇ ਆਪਾਂ ਕੁਆਡਰੈਂਟ ਲੈ ਲਈਏ ਫਸਟ ਤੇ ਫੋਰਥ, ਆਹ ਜਿਹੜਾ ਇਹ ਸਫੀਸ਼ੀਐਂਟ ਹੈ ਸਾਰੀਆਂ ਪੋਜ਼ਿਟਿਵ ਵੈਲਿਊ ਸਾਈਨ ਦੀਆਂ ਕਵਰ ਕਰਨ ਲਈ, ਤੇ ਇਹ ਸਫੀਸ਼ੀਐਂਟ ਹੈ ਸਾਰੀਆਂ ਨੈਗੇਟਿਵ ਵੈਲਿਊ ਸਾਈਨ ਦੀਆਂ ਕਵਰ ਕਰਨ ਲਈ। ਹੋਰ ਇਹਦੇ ਵਿੱਚ ਕੋਈ ਵੀ ਨਵੀਆਂ ਵੈਲਿਊਜ਼ ਨਹੀਂ ਆਉਣਗੀਆਂ। ਇਹ ਦੋਨੇ ਕੁਆਡਰੈਂਟਸ ਦੇ ਵਿੱਚ ਜਿੰਨੀਆਂ ਵੈਲਿਊਜ਼ ਹੋਣਗੀਆਂ ਉਹ ਸਾਰੀ ਟ੍ਰਿਗਨੋਮੈਟਰੀ ਦੇ ਵਿੱਚ ਉਹੀ ਵੈਲਿਊਜ਼ ਬਾਰ-ਬਾਰ ਰਿਪੀਟ ਕਰਨਗੀਆਂ, ਆਪਾਂ ਕਿੰਨੀ ਵਾਰ ਵੀ ਘੁੰਮ ਜਾਈਏ ਜਾਂ ਕਿਸੇ ਵੀ ਹੋਰ ਕੁਆਡਰੈਂਟ ਚਲੇ ਜਾਈਏ। ਠੀਕ ਹੈ, ਤਾਂ ਇਹ ਗੱਲ ਤੁਸੀਂ ਦਿਮਾਗ 'ਚ ਬਿਠਾ ਲੈਣੀ ਆ ਵੀ ਸਿਰਫ ਇੱਕ ਕੁਆਡਰੈਂਟ ਦੇ ਵਿੱਚ ਸਾਰੀਆਂ ਪੋਜ਼ਿਟਿਵ ਵੈਲਿਊਜ਼ ਕਵਰ ਹੋ ਜਾਂਦੀਆਂ ਹੁੰਦੀਆਂ ਨੇ, ਦੂਜੇ 'ਚ ਸਾਰੀਆਂ ਨੈਗੇਟਿਵ ਹੋ ਜਾਂਦੀਆਂ ਨੇ। ਐਵੇਂ ਕੌਸ ਦੇ ਵਿੱਚ ਕੋਈ ਹੋਰ ਦੋ ਕੁਆਡਰੈਂਟ ਹੋ ਸਕਦੇ ਆ, ਪਰ ਦੋ ਦੇ ਵਿੱਚ ਕਵਰ ਹੋ ਜਾਂਦੀਆਂ ਨੇ ਸਾਰੀਆਂ ਵੈਲਿਊਜ਼, ਕੋਈ ਦੁਬਾਰਾ ਨਹੀਂ ਵੈਲਿਊਜ਼ ਆਉਂਦੀਆਂ ਹੁੰਦੀਆਂ, ਇਹੀ ਵੈਲਿਊਜ਼ ਦੁਬਾਰਾ ਰਿਪੀਟ ਹੁੰਦੀਆਂ ਰਹਿੰਦੀਆਂ ਨੇ। ਤਾਂ ਇਹ ਗੱਲ ਤੁਸੀਂ ਦੂਜੀ ਮਾਈਂਡ 'ਚ ਬਿਠਾ ਲੈਣੀ ਆ। ਹੁਣ ਆਪਾਂ ਬੇਸਿਕ ਜੀ ਗੱਲ ਕਰਦੇ ਹਾਂ ਇਨਵਰਸ ਟ੍ਰਿਗਨੋਮੈਟਰੀ ਦੀ। ਦੇਖੋ ਤੁਸੀਂ ਪਹਿਲਾਂ ਪੜ੍ਹਿਆ ਹੋਇਆ y = sin x। ਇੱਥੇ ਕੀ ਚੀਜ਼ਾਂ ਹੁੰਦੀਆਂ ਨੇ? ਇੱਥੇ ਆਪਾਂ ਹਮੇਸ਼ਾ ਐਂਗਲ ਪੁੱਟ ਕਰਦੇ ਹੁੰਦੇ ਆ ਕੋਈ ਵੀ, ਜਿਵੇਂ ਆਪਾਂ ਗੱਲ ਕਰੀਏ sin 30 ਡਿਗਰੀ, ਤੇ ਫਿਰ ਇੱਥੇ ਕੀ ਆ ਜਾਂਦਾ ਹੁੰਦਾ y ਦੀ ਵੈਲਿਊ, ਤਾਂ ਇੱਥੇ ਆ ਜਾਂਦਾ ਹੁੰਦਾ sin 30 ਦੀ ਵੈਲਿਊ ਕਿੰਨੀ ਹੈ 1/2। ਤਾਂ ਇਹ ਸਹੀ ਇਕੁਏਸ਼ਨ ਹੈ। ਹਾਂ, ਤਾਂ ਇਹ ਕਿਹੜਾ ਫੰਕਸ਼ਨ ਸੀਗਾ? ਇਹ ਟ੍ਰਿਗਨੋਮੈਟ੍ਰਿਕ ਫੰਕਸ਼ਨ ਸੀਗਾ। ਠੀਕ ਆ ਨਾ, ਜਿਹਦੇ ਵਿੱਚ ਸਾਈਨ ਦੇ ਨਾਲ ਆਪਾਂ ਹਮੇਸ਼ਾ ਕੀ ਲਿਖਦੇ ਹੁੰਦੇ ਆ? ਐਂਗਲ। ਤੇ ਇੱਥੇ ਕੀ ਆ ਜਾਂਦੀ ਹੁੰਦੀ ਆ ਉਸ ਐਂਗਲ ਦੇ ਕੋਰਸਪੋਂਡਿੰਗ ਜੋ ਸਾਈਨ ਦੀ ਵੈਲਿਊ ਆ। ਠੀਕ ਆ ਨਾ, ਤਾਂ ਜੇ ਆਪਾਂ ਇਹ ਕਹਿ ਸਕਦੇ ਹਾਂ ਜੋ ਐਂਗਲ ਹੁੰਦਾ ਇਹ ਆਪਾਂ ਪੁੱਟ ਕਰਦੇ ਹੁੰਦੇ ਨਾ x ਦੀ ਜਗ੍ਹਾ ਤੇ, ਇਹ ਹੁੰਦੀ ਆ ਡੋਮੇਨ, ਤੇ ਜੋ ਆਨਸਰ ਆਉਂਦਾ ਹੁੰਦਾ y ਦੀ ਵੈਲਿਊ ਨੂੰ ਆਪਾਂ ਹਮੇਸ਼ਾ ਕੀ ਕਹਿੰਦੇ ਹੁੰਦੇ ਆ? ਰੇਂਜ। ਠੀਕ ਆ ਨਾ, ਤੇ ਇੱਕ ਹੋਰ ਗੱਲ ਵੀ ਮੈਂ ਇੱਥੇ ਤੁਹਾਨੂੰ ਕਲੀਅਰ ਕਰਦਾ। ਤੁਹਾਨੂੰ ਪਤਾ ਵੀ ਡੋਮੇਨ ਕਿੰਨੀ ਮਰਜ਼ੀ ਭਰੀ ਜਾਈਏ, ਸਾਈਨ ਦੀ ਵੈਲਿਊ ਕਿੰਨੀ ਵੀ ਪੁੱਟ ਕਰੀ ਜਾਈਏ, ਜਿਵੇਂ ਸਾਈਨ ਦੀ ਵੈਲਿਊ ਕਿੰਨੀ ਵੀ ਪੁੱਟ ਕਰੀ ਚੱਲੀਏ 30 ਡਿਗਰੀ 60 90 ਹੈ ਨਾ 120, ਉਹਦੇ ਕੋਰਸਪੋਂਡਿੰਗ ਇੱਧਰ ਕੋਈ ਨਾ ਕੋਈ ਵੈਲਿਊ ਆਈ ਜਾਊਗੀ। 60 ਦੀ ਅਲੱਗ, 90 ਦੀ ਅਲੱਗ, 120 ਦੀ ਅਲੱਗ। 120 ਦੀ ਹੋ ਸਕਦਾ ਕਿਸੇ ਦੇ ਨਾਲ ਇੱਧਰ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਹ 60 ਦੇ ਨਾਲ ਇਹ ਜਿੰਨੀ 60 ਦੀ ਵੈਲਿਊ ਉਨੀ ਹੀ ਇਹਦੀ ਆਊਗੀ, ਹੈ ਨਾ। ਸੇਮ ਵੈਲਿਊ ਆ √3/2 ਇਹ ਪਹਿਲਾਂ ਦੱਸਿਆ ਆਪਾਂ ਪਿਛਲੀ ਵੀਡੀਓ ਦੇ ਵਿੱਚ। ਤਾਂ ਤੁਸੀਂ ਦੇਖ ਰਹੇ ਹੋ ਇੱਕ ਫੰਕਸ਼ਨ ਹੈ ਜੋ ਟ੍ਰਿਗਨੋਮੈਟ੍ਰਿਕ ਸੀਗੇ ਨਾ, ਇਹ ਵੀ ਫੰਕਸ਼ਨ ਸੀਗੇ। ਜਿਵੇਂ ਪਿਛਲੇ ਚੈਪਟਰ ਦੇ ਵਿੱਚ ਆਪਾਂ ਫਸਟ 'ਚ ਪੜ੍ਹਿਆ ਨਾ ਫੰਕਸ਼ਨਸ ਹੁੰਦੇ ਆ, ਤਾਂ ਇਹ ਵੀ ਸਾਰੇ ਉਹ ਪ੍ਰੋਪਰਟੀਜ਼ ਨੂੰ ਹੋਲਡ ਕਰ ਰਹੇ ਸੀ। ਤਾਂ ਜੋ ਆਪਾਂ ਐਂਗਲਸ ਭਰਦੇ ਹੁੰਦੇ ਤੇ ਉਹਨੂੰ ਆਪਾਂ ਐਂਗਲਸ ਨੂੰ ਕਹਿ ਦਿੰਦੇ ਆ ਡੋਮੇਨ, ਕਿਉਂਕਿ ਡੋਮੇਨ ਸੀ ਐਂਗਲ, ਆਪਾਂ ਕੁਝ ਵੀ ਪੁੱਟ ਕਰ ਸਕਦੇ ਹਾਂ। ਜੋ ਵੈਲਿਊਜ਼ ਆ ਰਹੀਆਂ ਹੁੰਦੀਆਂ ਸੀ 1/2 ਕੁਝ ਵੀ ਹੋਰ ਵੈਲਿਊਜ਼, ਉਹ ਕੀ ਹੁੰਦੀ ਸੀ? ਰੇਂਜ। ਤਾਂ ਦੇਖੋ ਜੇ ਇੱਥੇ ਆਪਾਂ ਡੋਮੇਨ ਲਿਖੀਏ, ਇੱਥੇ ਕੋ ਡੋਮੇਨ ਲਿਖੀਏ, ਤਾਂ ਇਹਦੇ ਵਿੱਚ 30 ਦੀ ਕੋਈ ਵੈਲਿਊ ਹੋਊ, 60 ਦੀ ਹੋਊ, 120 ਦੀ ਫੇਰ ਉਹੀ ਆ ਗਈ।
ਤਾਂ ਜੋ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਹੁੰਦੇ ਆ, ਫੰਕਸ਼ਨਸ ਤਾਂ ਹੁੰਦੇ ਆ ਪਰ ਉਹ 1 ਨਹੀਂ ਹੁੰਦੇ, ਕਿਉਂਕਿ ਦੋ ਦੀਆਂ ਵੈਲਿਊਜ਼ ਇੱਕੋ ਸੇਮ ਵੈਲਿਊ ਆ ਸਕਦੀ ਹੈ ਹਨਾ। ਤਾਂ ਹੁਣ ਦੇਖੋ ਇੱਥੇ ਮੈਂ ਤੁਹਾਨੂੰ ਗੱਲ ਇੱਕ ਚੰਗੀ ਤਰ੍ਹਾਂ ਸਮਝਾਉਣ ਲੱਗਿਆ, ਤੁਸੀਂ ਬਹੁਤ ਉਹਨੂੰ ਧਿਆਨ ਨਾਲ ਸਮਝ ਲੈਣਾ ਵੀ ਜਦੋਂ ਹੁਣ ਇਹ ਫੰਕਸ਼ਨ 1 ਨਹੀਂ ਹੈਗਾ, ਠੀਕ ਆ ਨਾ, ਬਿਲਕੁਲ ਬੇਸਿਕ ਗੱਲ ਹੈ, ਇਹ ਧਿਆਨ ਨਾਲ ਸਮਝਣੀ ਆ। ਇਹ ਫੰਕਸ਼ਨ ਮੈਂ ਤੁਹਾਨੂੰ ਕਹਿਤਾ ਵੀ ਟ੍ਰਿਗਨੋਮੈਟ੍ਰਿਕ 1 ਨਹੀਂ ਹੈਗਾ, ਇਹ ਸੱਚ ਹੈ ਜਾਂ ਝੂਠ ਹੈ? ਹਾਂ ਟਰੂ ਹੈ, ਕਿਉਂਕਿ ਦੇਖੋ ਤੁਹਾਡੇ ਸਾਹਮਣੇ ਆ ਵੀ ਜਿੰਨੀ 60 ਡਿਗਰੀ ਦੀ ਵੈਲਿਊ ਆ ਸਾਈਨ ਦੇ ਵਿੱਚ ਉਨੀ ਹੀ 120 ਡਿਗਰੀ ਦੀ ਵੈਲਿਊ ਆ। ਕਈ ਤੁਹਾਨੂੰ ਹੁਣੇ ਮੈਂ ਦੱਸ ਕੇ ਹਟਿਆ ਵੀ ਬਹੁਤ ਸਾਰੇ ਐਂਗਲਸ ਦੀ ਉਨੀ ਵੈਲਿਊ ਆਈ ਜਾਂਦੀ ਆ ਘੁੰਮ ਘੁੰਮ ਕੇ, ਜਿਵੇਂ ਇੱਥੇ ਐਗਜ਼ਾਮਪਲ ਹੈ ਵੀ 60 ਡਿਗਰੀ ਦੀ ਵੀ ਉਨੀ ਆ, 120 ਡਿਗਰੀ ਦੀ ਵੀ ਉਨੀ ਸੇਮ ਵੈਲਿਊ ਆ। ਤਾਂ ਹੁਣ ਤੁਸੀਂ ਦੇਖੋ ਇਹ ਫੰਕਸ਼ਨ 1 ਹੈਗਾ? ਨਹੀਂ, ਇਹ ਤਾਂ ਮੈਨੀ 1 ਹੈ ਹਨਾ, ਜਾਣੀ ਕਿ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਨੇ ਜਿਹੜੇ ਉਹ 1 ਨਹੀਂ ਹੈਗੇ। ਫਿਰ ਆਪਾਂ ਜੇ ਇਹ 1 ਨਹੀਂ ਹੈਗੇ ਫਿਰ ਅੱਗੇ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਕਿਵੇਂ ਪਤਾ ਕਰ ਸਕਦੇ ਹਾਂ? ਹੁਣੇ ਆਪਾਂ ਫਸਟ ਚੈਪਟਰ 'ਚ ਪੜ੍ਹਿਆ ਕਿ ਇਨਵਰਸ ਉਦੋਂ ਹੀ ਐਗਜ਼ਿਸਟ ਕਰਦਾ ਹੁੰਦਾ ਜਿਹੜਾ ਫੰਕਸ਼ਨ 1 ਤੇ ਔਨ ਟੂ ਹੁੰਦਾ ਹਨਾ। ਜੇ ਹੁਣ ਇਹ ਫੰਕਸ਼ਨ 1 ਹੀ ਨਹੀਂ ਹੈਗਾ, ਕੋਈ ਟ੍ਰਿਗਨੋਮੈਟ੍ਰਿਕ ਫੰਕਸ਼ਨ 1 ਹੀ ਨਹੀਂ ਹੈਗਾ, ਤਾਂ ਆਪਾਂ ਉਹਦਾ ਇਨਵਰਸ ਕਿਵੇਂ ਪਤਾ ਕਰ ਸਕਦੇ ਹਾਂ? ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਐਗਜ਼ਿਸਟ ਵੀ ਕਰਦਾ ਹੈ, ਕਿਉਂਕਿ ਟ੍ਰਿਗਨੋਮੈਟ੍ਰਿਕ ਫੰਕਸ਼ਨ 1 ਨਹੀਂ ਹੈਗਾ। ਠੀਕ ਆ, ਤਾਂ ਇੱਥੇ ਇੱਕ ਪ੍ਰੋਬਲਮ ਆ ਗਈ, ਉਹਦੇ ਲਈ ਆਪਾਂ ਇੱਕ ਰੂਲ ਬਣਾਵਾਂਗੇ। ਉਹ ਰੂਲ ਬਣਾਉਣ ਤੋਂ ਪਹਿਲਾਂ ਇਨਵਰਸ ਟ੍ਰਿਗਨੋਮੈਟਰੀ ਬਾਰੇ ਸਮਝ ਲਈ ਥੋੜਾ ਜਿਹਾ ਹੋਰ, ਵੀ ਜਿਵੇਂ ਇਹਦੇ ਵਿੱਚ y ਹੁੰਦਾ ਵੈਲਿਊ ਹੁੰਦੀ ਹੈ, ਉਹਨੂੰ ਆਪਾਂ ਰੇਂਜ ਕਹਿ ਦਿੰਦੇ ਆ ਤੇ ਐਂਗਲ ਆਪਾਂ ਪੁੱਟ ਕਰਦੇ ਆ। ਜੇ ਆਪਾਂ ਇਸੇ ਚੀਜ਼ ਨੂੰ ਸਾਈਨ ਨੂੰ ਦੂਜੇ ਪਾਸੇ ਭੇਜ ਦਈਏ ਤਾਂ ਸਾਈਨ ਉਧਰ ਜਾ ਕੇ ਬਣ ਜਾਂਦਾ ਹੁੰਦਾ ਸਾਈਨ ਇਨਵਰਸ y ਆਪਣੀ ਜਗ੍ਹਾ ਤੇ ਆ x, ਇਹ ਆ ਆਪਣਾ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ। ਸਾਈਨ ਉਧਰ ਜਾ ਕੇ ਸਾਈਨ ਇਨਵਰਸ ਬਣ ਗਿਆ, y ਐਵੇਂ ਰਹਿ ਗਿਆ, x ਇੱਥੇ ਪਿਆ, ਤਾਂ ਇਹ ਕੀ ਆਪਣਾ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ। ਠੀਕ ਹੈ, ਉਹ ਗੱਲ ਹਜੇ ਪੈਂਡਿੰਗ, ਮੈਂ ਰੁਕ ਕੇ ਦੱਸਦਾ। ਤਾਂ ਐਵੇਂ ਹੁੰਦਾ, ਤਾਂ ਤੁਸੀਂ ਹੁਣ ਇਹਦੇ ਵਿੱਚ ਇਹ y ਕੀ ਪਿਆ, y ਕੀ ਸੀਗਾ ਅੱਗੇ ਜਾ ਕੇ ਦੇਖੋ ਵੈਲਿਊ ਸੀ, ਤਾਂ ਹੁਣ ਆਪਾਂ ਨੂੰ ਜੋ y ਦੀ ਜਗ੍ਹਾ ਤੇ ਆਪਾਂ ਭਰਿਆ ਕਰਾਂਗੇ ਉਹ ਕੀ ਹੋਇਆ ਕਰਨਗੀਆਂ ਵੈਲਿਊਜ਼। ਜਿਵੇਂ ਮੈਂ ਤੁਹਾਨੂੰ ਕਹਿਦਾ ਕਿ ਸਾਈਨ ਇਨਵਰਸ 1/2 ਹੈ, ਤਾਂ ਜਿਵੇਂ ਪਹਿਲਾਂ ਤੁਹਾਨੂੰ ਮੈਂ ਪੁੱਛਦਾ ਹੁੰਦਾ ਸੀ ਵੀ ਸਾਈਨ 30 ਦੀ ਵੈਲਿਊ ਕਿੰਨੀ ਆ, ਤੁਸੀਂ ਕਹਿੰਦੇ ਤੇ 1/2। ਹੁਣ ਮੈਂ ਵੈਲਿਊ ਨਹੀਂ ਪੁੱਛੂੰਗਾ, ਹੁਣ ਮੈਂ ਪੁੱਛੂੰਗਾ ਸਾਈਨ ਇਨਵਰਸ 1/2 ਕਿਸ ਐਂਗਲ ਤੇ ਹੈ। ਹੁਣ ਤੁਸੀਂ ਸੋਚੋ ਸਾਈਨ ਇਨਵਰਸ 1/2 ਕਿਸ ਐਂਗਲ ਤੇ ਆ, 30 ਡਿਗਰੀ ਤੇ ਆ, ਤਾਂ ਇਹ ਦਾ ਆਨਸਰ ਆ ਗਿਆ। ਇਸੇ ਤਰੀਕੇ ਨਾਲ ਮੈਂ ਪੁੱਛਾਂ ਸਾਈਨ ਇਨਵਰਸ 1/√2 ਕਿੰਨੇ ਤੇ ਹੈ, ਤਾਂ ਤੁਸੀਂ ਐ ਸੋਚਣਾ ਵੀ ਸਾਈਨ ਇਨਵਰਸ ਮਤਲਬ ਸਾਈਨ ਕਿੰਨੇ ਦੀ ਵੈਲਿਊ 1/√2 ਆ, ਤਾਂ ਤੁਹਾਨੂੰ ਪਤਾ 45 ਡਿਗਰੀ ਦੀ ਵੈਲਿਊ ਜਾਂ ਕਹਿ ਸਕਦੇ ਹਾਂ π/4 ਦੀ ਵੈਲਿਊ 1/√2 ਹੈ। ਤਾਂ ਇਨਵਰਸ ਟ੍ਰਿਗਨੋਮੈਟ੍ਰਿਕ ਦੀ ਤੁਸੀਂ ਬੇਸਿਕ ਸਮਝ ਗਏ ਹੋਵੋਗੇ ਵੀ ਜਿਸ ਤਰੀਕੇ ਨਾਲ ਸਾਈਨ ਦੇ ਵਿੱਚ ਆਪਾਂ ਕੋਈ ਐਂਗਲ ਪੁੱਟ ਕਰਦੇ ਤੇ ਤਾਂ ਉਹ ਅੱਗੇ ਵੈਲਿਊਜ਼ ਆ ਜਾਂਦੀਆਂ ਸੀ, ਉਸੇ ਤਰੀਕੇ ਨਾਲ ਇਨਵਰਸ ਟ੍ਰਿਗਨੋਮੈਟਰੀ ਦੇ ਵਿੱਚ ਆਪਾਂ ਉਹ ਵੈਲਿਊਜ਼ ਦਾ ਅੱਗੇ ਐਂਗਲ ਪਤਾ ਕਰਿਆ ਕਰਾਂਗੇ ਉਲਟਾ। ਠੀਕ ਆ ਨਾ, ਤਾਂ ਮੈਂ ਹੁਣ ਉਹ ਵਾਪਸ ਇਹ ਤੁਸੀਂ ਗੱਲ ਸਮਝ ਲੈਣੀ ਆ। ਉਸ ਤੋਂ ਬਾਅਦ ਮੈਂ ਵਾਪਸ ਉਹ ਗੱਲ ਤੇ ਆਉਣਾ ਕਿ ਕਿਸ ਤਰੀਕੇ ਦੇ ਨਾਲ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਐਗਜ਼ਿਸਟ ਕਰਦੇ ਨੇ। ਠੀਕ ਆ ਨਾ, ਮੈਂ ਇੱਕ ਵਾਰ ਫੇਰ ਰਿਪੀਟ ਕਰ ਦੇਣਾ ਵੀ ਜੋ ਟ੍ਰਿਗਨੋਮੈਟ੍ਰਿਕ ਫੰਕਸ਼ਨ ਸੀਗਾ ਉਹ ਇਸ ਤਰ੍ਹਾਂ ਸੀ, ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਇਸ ਤਰ੍ਹਾਂ ਦੇ ਹੁੰਦੇ ਨੇ। ਆਪਾਂ ਇਨਵਰਸ ਲਿਖ ਲੈਂਦੇ ਆ ਤੇ ਉਹਦੇ ਵਿੱਚ ਹਮੇਸ਼ਾ ਉਰੇ ਕਦੇ ਐਂਗਲ ਨਹੀਂ ਹੋਊਗਾ ਵੀ ਐਂਗਲ ਲਿਖਿਆ ਪਿਆ, ਇੱਥੇ ਵੈਲਿਊ ਹੁੰਦੀ ਆ, ਆਪਾਂ ਐਂਗਲ ਆਨਸਰ ਕੱਢਣਾ ਹੁੰਦਾ। ਠੀਕ ਆ ਨਾ, ਮਤਲਬ ਜਿਵੇਂ ਇਹ ਫੰਕਸ਼ਨ ਹੈ ਇਹ ਉਹਦਾ ਇਨਵਰਸ ਫੰਕਸ਼ਨ ਹੈ। ਇਹ ਸਾਰੀ ਗੱਲ ਤੁਸੀਂ ਸਮਝ ਗਏ ਹੋਵੋਗੇ। ਹੁਣ ਮੈਂ ਤੁਹਾਨੂੰ ਦੱਸਦਾ ਵੀ ਟ੍ਰਿਗਨੋਮੈਟ੍ਰਿਕ ਫੰਕਸ਼ਨ 1/1 ਤਾਂ ਹੈ ਨਹੀਂਗੇ, ਫੇਰ ਵੀ ਆਪਾਂ ਕਿਵੇਂ ਉਹਦਾ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਪਤਾ ਕਰ ਸਕਦੇ ਹਾਂ। ਉਹਦੇ ਲਈ ਆਪਾਂ ਨੇ ਕੁਝ ਅਜੰਪਸ਼ਨਸ ਬਣਾਈਆਂ ਹੋਈਆਂ ਨੇ। ਉਹ ਕੀ ਆਪਾਂ ਕੀ ਕਰਦੇ ਹਾਂ, ਕਦੇ ਵੀ ਜੋ ਵੈਲਿਊਜ਼ ਨੇ ਉਹ ਸਾਰੀਆਂ ਵੈਲਿਊਜ਼ ਦੀ ਗੱਲ ਨਹੀਂ ਕਰਾਂਗੇ, ਕਿਉਂਕਿ ਬਾਰ-ਬਾਰ ਰਿਪੀਟ ਹੋ ਰਹੀਆਂ ਨੇ ਵੈਲਿਊਜ਼, ਉਹੀ ਆਨਸਰ ਆ ਰਹੇ ਨੇ ਸਾਈਨ ਦੇ। ਜਿਵੇਂ ਮੈਂ ਦੱਸਿਆ ਸੀ ਵੀ ਸਾਰੇ ਪੋਜ਼ਿਟਿਵ ਵੈਲਿਊ ਸਿਰਫ ਸਾਈਨ ਦੀ ਗੱਲ ਕਰਦੇ ਆਪਾਂ, ਤਾਂ ਉਹਦੇ ਨਾਲ ਸਾਰੀਆਂ ਬਾਕੀ ਵੀ ਉਵੇਂ ਹੁੰਦੀਆਂ ਨੇ। ਸਾਈਨ ਦੀਆਂ ਸਾਰੀਆਂ ਪੋਜ਼ਿਟਿਵ ਵੈਲਿਊਜ਼ ਇੱਥੇ ਕਵਰ ਹੋ ਜਾਣਗੀਆਂ ਤੇ ਸਾਰੀਆਂ ਨੈਗੇਟਿਵ ਵੈਲਿਊਜ਼ ਇੱਥੇ ਕਵਰ ਹੋ ਜਾਣਗੀਆਂ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ। ਇਹ ਹੈ 0, ਇਹਨੂੰ ਆਪਾਂ ਕਹਿ ਦਿੰਦੇ π/2, ਇਹਨੂੰ ਆਪਾਂ ਕਹਿ ਸਕਦੇ ਹਾਂ 3π/2 ਵੀ ਕਹਿ ਸਕਦੇ ਹਾਂ। ਜੇ ਇੱਧਰ ਨੂੰ ਜਾਈਏ ਤੁਹਾਨੂੰ ਪਤਾ ਐਂਗਲ ਜਦੋਂ ਕਲੌਕਵਾਈਜ਼ ਜਾਈਏ ਤਾਂ ਨੈਗੇਟਿਵ ਹੁੰਦਾ ਤੇ ਜਦੋਂ ਐਂਟੀ ਕਲੌਕਵਾਈਜ਼ ਜਾਈਏ ਤਾਂ ਪੋਜ਼ਿਟਿਵ ਹੁੰਦਾ। ਤਾਂ ਇੱਥੇ ਜਿਵੇਂ ਇਹ
ਐਂਟੀ ਕਲੌਕਵਾਈਜ਼ ਸੀਗਾ ਇੱਧਰ ਨੂੰ ਤਾਂ ਪੋਜ਼ਿਟਿਵ ਆ ਗਿਆ, ਜਦੋਂ ਨੀਚੇ ਨੂੰ ਆਪਾਂ ਵੱਧ ਰਹੇ ਹਾਂ ਤਾਂ ਨੈਗੇਟਿਵ ਆਊ, ਤਾਂ 0 ਤੋਂ ਇੱਧਰ ਨੂੰ ਆਪਾਂ ਕਹਿ ਸਕਦੇ ਹਾਂ -π/2। ਠੀਕ ਹੈ। ਤਾਂ ਹੁਣ ਜੋ ਸਾਈਨ ਹੈ ਇਹਦੀਆਂ ਸਾਰੀਆਂ ਵੈਲਿਊਜ਼ ਆਪਾਂ ਕਵਰ ਕਰਨਾ ਚਾਹੁੰਦੇ ਹਾਂ, ਸਾਰੀਆਂ ਵੈਲਿਊਜ਼। ਤਾਂ ਤੁਸੀਂ ਦੇਖੋ ਵੀ ਫਸਟ ਤੇ ਫੋਰਥ ਕੁਆਡਰੈਂਟ ਐਵੇਂ ਦੇ ਕੁਆਡਰੈਂਟ ਨੇ ਜਿਹੜੇ ਨਾਲ ਨਾਲ ਟੱਚ ਵੀ ਹੋ ਰਹੇ ਨੇ ਤੇ ਸਾਰੀਆਂ ਨੈਗੇਟਿਵ ਤੇ ਸਾਰੀਆਂ ਪੋਜ਼ਿਟਿਵ ਵੈਲਿਊਜ਼ ਕਵਰ ਕਰ ਰਹੇ ਨੇ ਸਿਰਫ ਇੱਕ ਵਾਰ, ਬਾਰ-ਬਾਰ ਨਹੀਂ। ਤਾਂ ਆਪਾਂ ਕੀ ਕਰਦੇ ਆ, ਇਹਨਾਂ ਦੋਨੇ ਕੁਆਡਰੈਂਟਸ ਦੀ ਵੈਲਿਊ ਨੂੰ ਕਹਿ ਦਿੰਨੇ ਆ, ਵੈਲਿਊਜ਼ ਤਾਂ ਹੋਰ ਵੀ ਹੈਗੀਆਂ ਨੇ ਨਾ, ਇੱਧਰ ਵੀ ਵੈਲਿਊਜ਼ ਆਉਣਗੀਆਂ, ਪਰ ਸਪੈਸ਼ਲੀ ਇਹਨਾਂ ਨੂੰ ਆਪਾਂ ਕਹਿ ਦਿੰਨੇ ਆ ਪ੍ਰਿੰਸੀਪਲ ਵੈਲਿਊਜ਼। ਇਹ ਯਾਦ ਰੱਖਿਓ, ਪ੍ਰਿੰਸੀਪਲ ਵੈਲਿਊਜ਼ ਕਹਿ ਦਿੰਨੇ ਆਪਾਂ ਇਹਨਾਂ ਨੂੰ। ਮਤਲਬ -π/2 to π/2 ਦੇ ਵਿੱਚ ਜਿਹੜੀਆਂ ਵੀ ਵੈਲਿਊਜ਼ ਆ ਰਹੀਆਂ ਨੇ ਉਹਨਾਂ ਨੂੰ ਆਪਾਂ ਕਹਿ ਦਿੰਨੇ ਆ ਪ੍ਰਿੰਸੀਪਲ ਵੈਲਿਊਜ਼ ਇਨਵਰਸ ਟ੍ਰਿਗਨੋਮੈਟ੍ਰਿਕ ਰਿਲੇਸ਼ਨਸ ਦੀਆਂ। ਠੀਕ ਆ। ਤਾਂ ਆਪਾਂ ਜਦੋਂ ਵੀ ਸਾਈਨ ਦੀ ਗੱਲ ਕਰਾਂਗੇ, ਸਾਈਨ ਇਨਵਰਸ ਫੰਕਸ਼ਨ ਹੀ ਤਾਂ ਬਣੂਗਾ ਜੇ ਆਪਾਂ ਇਹਨਾਂ ਵੈਲਿਊਜ਼ ਦੇ ਵਿੱਚ ਹੀ ਡੀਲ ਕਰਾਂਗੇ। ਜੇ ਆਪਾਂ ਇਹ ਤੋਂ ਬਾਹਰ ਚਲੇ ਗਏ ਤਾਂ ਉਹ ਫੰਕਸ਼ਨ ਹੈ ਜਿਹੜਾ ਟ੍ਰਿਗਨੋਮੈਟ੍ਰਿਕ ਉਹ 1/1 ਹੀ ਨਹੀਂ ਰਹਿਣਾ। ਕਿਵੇਂ ਮੈਂ ਦੱਸਦਾ, ਦੇਖੋ ਇਹ ਗੱਲ ਕਨਫਿਊਜ਼ ਕਰਨ ਵਾਲੀ ਹੈ ਥੋੜੀ ਜੀ, ਤਾਂ ਕਰਕੇ ਮੈਂ ਇੱਕ ਵਾਰ ਤੁਹਾਨੂੰ ਦੁਬਾਰਾ ਚੰਗੀ ਤਰ੍ਹਾਂ ਸਮਝਾਉਣਾ ਵੀ ਜਿਹੜੇ ਟ੍ਰਿਗਨੋਮੈਟ੍ਰਿਕ ਨੇ, ਆਪਾਂ ਸਿਰਫ ਸਾਈਨ ਦੀ ਗੱਲ ਕਰ ਲੈਂਦੇ ਆ, ਇੱਕ 'ਚ ਸਮਝ ਲੈਂਦੇ ਆ, ਸਾਰਿਆਂ ਲਈ ਇਹ ਰੂਲ ਲਾਗੂ ਹੋਊਗਾ। ਦੇਖੋ ਜਿਹੜਾ ਸਾਈਨ ਹੈ ਹਨਾ, ਇਹਦਾ ਇਨਵਰਸ ਪਤਾ ਤਾਂ ਹੋ ਸਕਦਾ ਜੇ ਇਹ 1/1 ਹੋਊਗਾ। ਠੀਕ ਆ ਨਾ। ਤਾਂ ਪਰ ਇਹ 1/1 ਤਾਂ ਹੈ ਨਹੀਂ। ਦੇਖੋ ਸਾਰੀਆਂ ਵੈਲਿਊਜ਼ ਦੇ ਵਿੱਚ ਜੇ ਮੈਂ ਦੇਖਾਂ, ਆ ਮੈਂ ਬਣਾ ਲਿਆ, ਇੱਧਰ ਐਂਗਲ ਲਿਖ ਲਏ, ਇੱਧਰ ਕੋਈ ਵੀ ਉਹਦੀਆਂ ਵੈਲਿਊਜ਼ ਲਿਖ ਲਈਆਂ, ਸਾਰੀਆਂ ਲਿਖ ਲਈਆਂ ਵਿੱਚੇ, ਕੋਈ ਵਿੱਚੇ 30, 120, 50। ਤਾਂ ਦੇਖ ਰਹੇ ਆਪਾਂ ਵੀ ਇਹਨਾਂ ਦੋਨਾਂ ਦੀ ਸੇਮ ਵੈਲਿਊ ਆ। ਐਵੇਂ ਇਹਦੇ ਤੇ ਵੀ 2 ਆ ਰਹੇ ਨੇ ਐਰੋ, ਤਾਂ ਇਹ ਵੀ 2 ਦੀ ਇਮੇਜ 1 ਪਈ ਆ, ਤਾਂ ਇਹ 1/1 ਨਹੀਂ ਹੈਗਾ। ਤਾਂ ਇਹਦਾ ਇਨਵਰਸ ਪਤਾ ਕਰਿਆ ਨਹੀਂ ਜਾ ਸਕਦਾ। ਤਾਂ ਕਰਕੇ ਸਾਰੀਆਂ ਵੈਲਿਊਜ਼ ਆਪਾਂ ਨਹੀਂ ਲੈ ਸਕਦੇ ਹਨਾ, ਕਿਉਂਕਿ ਜਿਹੜੇ ਪੋਜ਼ਿਟਿਵ ਵੈਲਿਊਜ਼ ਇੱਥੇ ਆਉਣਗੀਆਂ ਉਹੀ ਆ ਐਂਗਲਸ ਦੀਆਂ ਵੈਲਿਊਜ਼ ਆ ਜਾਣਗੀਆਂ। ਜਿਵੇਂ ਇੱਥੇ ਦੇਖਿਆ 30 ਡਿਗਰੀ ਦੀ ਵੀ ਉਨੀ ਵੈਲਿਊ ਆ ਗਈ ਤੇ 150 ਦੀ ਵੀ ਉਨੀ ਆ ਗਈ, ਮਤਲਬ ਇਸ ਦੇ ਵਿੱਚ ਵੀ ਉਨੀ ਵੈਲਿਊ ਆ ਗਈ ਤੇ ਇਹਦੇ ਵਿੱਚ ਵੀ ਉਨੀ ਵੈਲਿਊ ਆ ਗਈ। ਤਾਂ ਦੋ ਐਂਗਲਸ ਦੀ ਸੇਮ ਵੈਲਿਊ ਆ ਗਈ ਤਾਂ 1/1 ਨਹੀਂ ਰਿਹਾ, ਤਾਂ ਇਹਦਾ ਇਨਵਰਸ ਆਪਾਂ ਪਤਾ ਨਹੀਂ ਕਰ ਸਕਦੇ। ਤਾਂ ਉਹਦੇ ਲਈ ਆਪਾਂ ਕੀ ਕਰ ਰਹੇ ਹਾਂ, ਆਪਾਂ ਸਿਰਫ ਇਹ 2 ਕੁਆਡਰੈਂਟ ਲਵਾਂਗੇ। ਆ ਸਾਰੀਆਂ ਪੋਜ਼ਿਟਿਵ ਵੈਲਿਊ ਸਿਰਫ ਇੱਕ ਵਾਰ ਕਵਰ ਕਰੂਗਾ, ਸਾਰੀਆਂ ਨੈਗੇਟਿਵ। ਜੇ ਆਪਾਂ ਦੁਬਾਰਾ ਇਹ ਲੈ ਲਿਆ ਵਿੱਚ ਤਾਂ ਉਹੀ ਵੈਲਿਊਜ਼ ਪੋਜ਼ਿਟਿਵ ਦੁਬਾਰਾ ਆਉਣ ਲੱਗ ਜਾਣਗੀਆਂ, ਫਿਰ ਇਹਦੇ ਨਾਲ ਇਹ 1/1 ਨਹੀਂ ਰਹਿਣਾ। ਜੇ ਆਪਾਂ ਇਹਦੇ ਵਿੱਚੋਂ ਲਈਏ, ਮਤਲਬ ਇਹਨਾਂ ਕੁਆਡਰੈਂਟਸ ਦੇ ਵਿੱਚੋਂ ਕੁਝ ਵੀ ਲਈਏ, ਤਾਂ ਦੇਖੋ ਜਾਂ ਤਾਂ ਪੋਜ਼ਿਟਿਵ ਵੈਲਿਊ ਆਉਣਗੀਆਂ ਜਾਂ ਨੈਗੇਟਿਵ, ਕੋਈ ਰਿਪੀਟ ਨਹੀਂ ਕਰੂਗੀ। ਦੇਖੋ ਮੈਨੇ ਬਣਾ ਕੇ ਦੇਖਿਆ π/6 π/4 -π/4 π/2, ਜਦੋਂ ਇਹਨਾਂ ਦੀਆਂ ਵੈਲਿਊਜ਼ ਲਿਖੀਆਂ ਤਾਂ ਤੁਸੀਂ ਦੇਖ ਰਹੇ ਹੋ ਵੀ ਫੰਕਸ਼ਨ 1/1 ਬਣ ਰਿਹਾ। ਤਾਂ ਇਸ ਕੁਆਡਰੈਂਟ ਦੇ ਵਿੱਚ, ਇਹਨਾਂ ਕੁਆਡਰੈਂਟਸ ਦੇ ਵਿੱਚ ਫੰਕਸ਼ਨ 1/1 ਬਣ ਰਿਹਾ। ਤਾਂ ਇਸ ਕੁਆਡਰੈਂਟ ਦੀਆਂ ਵੈਲਿਊਜ਼ ਨੇ ਜੋ, ਉਹਨਾਂ ਨੂੰ ਆਪਾਂ ਪ੍ਰਿੰਸੀਪਲ ਵੈਲਿਊਜ਼ ਕਹਿ ਦਾਂਗੇ, ਤੇ ਉਹਦੇ ਵਿੱਚ ਇਨਵਰਸ ਟ੍ਰਿਗਨੋਮੈਟ੍ਰਿਕ ਰਿਲੇਸ਼ਨਸ ਆਪਾਂ ਫਾਈਂਡ ਕਰਾਂਗੇ। ਠੀਕ ਆ ਨਾ। ਤਾਂ ਸਿਰਫ ਸਾਈਨ ਦੇ ਵਿੱਚ ਇਹ ਵੈਲਿਊਜ਼ ਨੂੰ ਆਪਾਂ ਪ੍ਰਿੰਸੀਪਲ ਲਿਆ ਕਰਾਂਗੇ। ਤਾਂ ਹੁਣ ਆਪਾਂ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੀ ਡੋਮੇਨ ਤੇ ਰੇਂਜ ਕੀ ਹੁੰਦੀ ਹੈ, 1 ਨੰਬਰ ਦਾ ਕੁਐਸਚਨ ਹਰੇਕ ਸਾਲ ਆਉਂਦਾ ਕਿ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੀ ਡੋਮੇਨ ਦੱਸੋ, ਰੇਂਜ ਦੱਸੋ, ਉਹਦੇ ਬਾਰੇ ਗੱਲ ਕਰਨੀ ਹੈ। ਉਹੀ ਬਸ ਲਾਸਟ ਅੱਜ ਦਾ ਆਪਣਾ ਕੰਮ ਹੈ। ਤਾਂ ਉਦੋਂ ਪਹਿਲਾਂ ਇੱਕ ਵਾਰ ਆਪਾਂ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੀ ਡੋਮੇਨ ਤੇ ਰੇਂਜ ਮੈਂ ਤੁਹਾਨੂੰ ਦੱਸਦਾ, ਸਿਰਫ ਸਾਈਨ ਦੀ ਦੱਸ ਦੇਣਾ। ਦੇਖੋ ਸਾਈਨ ਦੇ ਵਿੱਚ ਕਿਹੜਾ ਐਂਗਲ ਪੁੱਟ ਕਰ ਸਕਦੇ ਹੁੰਦੇ ਆ, ਕੋਈ ਵੀ 0, 30, 60, 90, 120 ਕੋਈ ਵੀ ਕਰ ਸਕਦੇ ਆ ਹਨਾ। ਸਾਈਨ ਦਾ ਫੰਕਸ਼ਨ ਮਤਲਬ ਜਿਹੜਾ ਪੂਰਾ ਟ੍ਰਿਗਨੋਮੈਟ੍ਰਿਕ ਫੰਕਸ਼ਨ ਸੀਗੇ, ਤਾਂ ਇੱਥੇ ਕੋਈ ਵੀ ਆਪਾਂ ਰੀਅਲ ਨੰਬਰ ਪੁੱਟ ਕਰ ਸਕਦੇ ਹੁੰਦੇ ਆ। ਤਾਂ ਇਹਦੀ ਜੋ ਡੋਮੇਨ ਹੁੰਦੀ ਆ ਉਹ ਸਾਰੇ ਰੀਅਲ ਨੰਬਰ ਹੁੰਦੀ ਆ, ਪਰ ਜੋ ਇਹਦੀ ਰੇਂਜ ਆਉਂਦੀ ਆ, ਮਤਲਬ ਕੋਈ ਵੀ ਐਂਗਲ ਪੁੱਟ ਕਰਨ ਤੇ ਜੋ ਆਨਸਰ ਆਉਂਦਾ ਉਹ ਕੀ ਆਉਂਦਾ, ਕਿ ਸਾਰੇ ਰੀਅਲ ਨੰਬਰ ਆ ਸਕਦੇ ਨੇ? ਨਹੀਂ, ਸਾਈਨ ਦੀ ਜੋ ਵੈਲਿਊ ਹੁੰਦੀ ਆ ਤੁਹਾਨੂੰ ਪਤਾ ਉਹ -1 ਤੋਂ 1 ਦੇ ਵਿੱਚ ਹੁੰਦੀ ਹੈ। ਆ ਸਕੁਆਇਰ ਬ੍ਰੈਕਟ ਤਾਂ ਪਾਈ ਹੈ ਵੀ -1 ਤੇ 1 ਦੇ ਵਿੱਚ ਵਾਲੀਆਂ ਵੈਲਿਊਜ਼ ਵੀ ਹੁੰਦੀਆਂ ਨੇ ਤੇ -1 ਤੇ 1 ਵੀ ਹੋ ਸਕਦੀ ਆ। ਤੁਹਾਨੂੰ ਪਤਾ ਕਿ ਸਾਈਨ ਦੀ ਵੈਲਿਊ ਕਦੇ ਵੀ, ਕਿੰਨੀ ਵੀ ਉਰੇ ਐਂਗਲ ਆਪਾਂ ਪੁੱਟ ਕਰੀ ਜਾਈਏ, ਕਦੇ ਵੀ 1 ਤੋਂ ਵੱਡੀ ਨਹੀਂ ਹੋ ਸਕਦੀ ਤੇ -1 ਤੋਂ ਛੋਟੀ ਨਹੀਂ ਹੋ ਸਕਦੀ। ਕੌਸ ਦੀ ਵੈਲਿਊ ਦੇ ਵਿੱਚ ਵੀ ਸੇਮ ਹੁੰਦਾ, ਕੋਈ ਵੀ ਵੈਲਿਊ ਪੁੱਟ ਕਰ ਸਕਦੇ ਆ। ਜੋ ਡੋਮੇਨ ਹੈ ਉਹ ਮਤਲਬ ਕੁਝ ਵੀ ਹੋ ਸਕਦੀ ਹੈ, ਜੋ ਰੇਂਜ ਹੈ ਉਹ -1 ਤੋਂ 1 ਹੀ ਰਹਿੰਦੀ ਹੈ। ਠੀਕ ਹੈ, ਕਿਉਂਕਿ 1 ਤੋਂ ਕਦੇ ਵੀ ਵੈਲਿਊ ਉਹਦੀ ਵੱਡੀ ਨਹੀਂ ਹੁੰਦੀ। ਜੋ tan ਹੁੰਦਾ ਉਹਦੀ ਵੈਲਿਊ 1 ਤੋਂ ਛੋਟੀ ਵੀ ਹੋ ਸਕਦੀ ਆ, ਵੱਡੀ ਵੀ ਹੋ ਸਕਦੀ ਆ। ਤਾਂ ਜਾਣੀ ਇਹਦੇ ਵਿੱਚ ਜੋ ਡੋਮੇਨ ਸੀਗੀ ਤੇ
ਇਹ ਰੇਂਜ ਸੀਗੀ ਹਨਾ। ਜਦੋਂ ਇਨਵਰਸ ਟ੍ਰਿਗਨੋਮੈਟਰੀ ਪੜਾਂਗੇ ਤਾਂ ਜੋ ਇਧਰਲੀਆਂ ਚੀਜ਼ਾਂ ਸੀ ਲਗਭਗ ਉਹ ਡੋਮੇਨ ਬਣ ਜਾਣਗੀਆਂ, ਇਧਰਲੀਆਂ ਰੇਂਜ ਬਣ ਜਾਣਗੀਆਂ। ਠੀਕ ਆ ਨਾ। ਜਿਹੜੀਆਂ ਰੀਅਲ ਵੈਲਿਊਜ਼ ਸੀ, ਜੋ ਐਂਗਲ ਸੀਗੇ, ਇਹ ਆਪਣੀ ਇਹ ਟ੍ਰਿਗਨੋਮੈਟਰੀ ਦੀ ਤਾਂ ਇਹ ਡੋਮੇਨ ਤੇ ਇਹ ਰੇਂਜ ਸੀਗੇ, ਇਹ ਚੋਂ ਆਨਸਰ ਆਉਂਦੇ ਤੇ। ਹੁਣ ਜਦੋਂ ਇਨਵਰਸ ਪੜਾਂਗੇ ਤਾਂ ਇਹ ਚੀਜ਼ਾਂ ਡੋਮੇਨ ਬਣ ਜਾਣਗੀਆਂ ਇਧਰਲੀਆਂ, ਤੇ ਇਧਰਲੀਆਂ ਰੇਂਜ ਬਣ ਜਾਣਗੀਆਂ। ਤਾਂ ਮੈਂ ਤੁਹਾਨੂੰ ਟੇਬਲ ਬਣਾ ਕੇ ਸਮਝਾਉਣਾ ਕਿਵੇਂ। ਇਹ ਜੋ ਟੇਬਲ ਹੈ, ਅੱਜ ਦਾ ਲਾਸਟ ਕੰਮ ਆਪਣਾ ਇਹੀ ਹੈ, ਤੇ ਇਹਨੂੰ ਆਪਾਂ ਹੂਬਹੂ ਯਾਦ ਰੱਖਣਾ। ਇਹੀ ਕੁਐਸਚਨ ਆਉਂਦਾ ਹੁੰਦਾ। ਮੈਂ ਤੁਹਾਨੂੰ ਸਮਝਾਉਣਾ ਹੈ ਕਿਵੇਂ ਬਣੀ ਆ ਸਾਰੀ ਚੀਜ਼। ਤਾਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਜੋ ਟ੍ਰਿਗਨੋਮੈਟ੍ਰਿਕ ਫੰਕਸ਼ਨ ਨੇ, ਜੋ ਉਹਦੀ ਡੋਮੇਨ ਸੀ ਉਹ ਇਹਦੀ ਰੇਂਜ ਬਣ ਜਾਂਦੀ ਹੈ ਅਪਰੋਕਸੀਮੇਟਲੀ। ਤੇ ਜੋ ਉਹਦੀ ਰੇਂਜ ਸੀ, ਜਿਵੇਂ ਸਾਈਨ ਦੀ ਰੇਂਜ ਕੀ ਸੀ, ਸਾਈਨ ਦਾ ਆਨਸਰ ਕਿੰਨਾ ਆ ਸਕਦਾ, -1 ਤੋਂ 1 ਦੇ ਵਿੱਚ ਆ ਸਕਦਾ, ਤਾਂ ਉਹਦੀ ਰੇਂਜ ਸੀ। ਤਾਂ ਇਨਵਰਸ ਟ੍ਰਿਗਨੋਮੈਟਰੀ ਦੀ ਉਹੀ ਡੋਮੇਨ ਬਣ ਜਾਂਦੀ ਹੈ। ਠੀਕ ਆ। ਤਾਂ ਮੈਂ ਤੁਹਾਨੂੰ ਇੱਕ ਇੱਕ ਕਰਕੇ ਹੁਣ ਸਮਝਾਉਣ ਲੱਗਿਆ। ਪਹਿਲਾਂ ਸਾਈਨ ਦੀ ਗੱਲ ਕਰਦੇ ਹਾਂ, ਤਾਂ ਇਹਦੀ ਡੋਮੇਨ, ਸਾਈਨ ਇਨਵਰਸ ਦੀ ਗੱਲ ਕਰਦੇ ਹਾਂ, ਤਾਂ ਇਹਦੀ ਡੋਮੇਨ ਕਿੰਨੀ ਹੁੰਦੀ ਹੈ, -1 ਤੋਂ 1। ਠੀਕ ਆ। ਉਹ ਤੁਹਾਨੂੰ ਦੱਸਤਾ ਵੀ ਇਹ 'ਚ ਆਪਾਂ -1 ਤੋਂ 1 ਦੇ ਵਿੱਚ ਵੈਲਿਊਜ਼ ਇੱਥੇ ਭਰ ਸਕਦੇ ਹਾਂ ਹਨਾ, ਤਾਂ ਹੀ ਕੋਈ ਆਨਸਰ ਆਊਗਾ। ਤੇ ਜੋ ਰੇਂਜ ਹੈ, ਜੋ ਐਂਗਲ ਹੈ, ਉਹ ਕੋਈ ਵੀ ਐਂਗਲ ਨਹੀਂ ਲਿਖ ਦੇਣਾ ਹੈਗਾ। ਐ ਨਹੀਂ ਵੀ ਸਾਈਨ ਆ ਜੇ 1/√2 ਆ ਜੇ, ਉਹਦੀ ਵੈਲਿਊ 45 ਵੀ ਹੁੰਦੀ ਹੈ, 135 ਵੀ ਹੁੰਦੀ ਹੈ। ਤਾਂ ਜੇ ਆਪਾਂ ਐ ਲਿਖਤਾ, ਮੰਨ ਲਓ ਸਾਈਨ 1/√2 ਦੀ ਗੱਲ ਕਰ ਰਹੇ ਆਪਾਂ, ਜੇ ਆਪਾਂ 45 ਵੀ ਹੁੰਦੀ ਆ, 135 ਵੀ, ਜੇ ਆਪਾਂ ਆ ਲਿਖਤਾ ਫਿਰ ਇਹ ਤਾਂ ਇੱਕ ਤੋਂ ਜ਼ਿਆਦਾ ਤੇ ਵਗ ਜੂ ਨਾ, 1 to many ਵਗ ਜੂ, ਤਾਂ ਇਹ ਤਾਂ ਪੋਸੀਬਲ ਹੀ ਨਹੀਂ ਹੈਗਾ, ਤਾਂ ਫੰਕਸ਼ਨ ਹੀ ਨਹੀਂ ਹੈਗਾ। ਤਾਂ ਆਪਾਂ ਸਿਰਫ ਪ੍ਰਿੰਸੀਪਲ ਵੈਲਿਊ ਦੀ ਗੱਲ ਕਰਾਂਗੇ, ਕਿਹਦੀ, -π/2 to π/2। ਸਿਰਫ ਇਹੀ ਕਿਉਂ ਲੈਤਾ, ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਥੋਂ ਲੈ ਕੇ ਇੱਥੇ ਤੱਕ ਸਾਰੀਆਂ ਪੋਜ਼ਿਟਿਵ ਤੇ ਨੈਗੇਟਿਵ ਵੈਲਿਊਜ਼ ਕਵਰ ਹੋ ਗਈਆਂ, ਸਾਰੀਆਂ ਵੈਲਿਊਜ਼ ਵੀ ਕਵਰ ਹੋ ਗਈਆਂ, ਤੇ ਪੋਜ਼ਿਟਿਵ ਤੇ ਨੈਗੇਟਿਵ ਸਾਰੇ ਤਰ੍ਹਾਂ ਦੀਆਂ ਵੈਲਿਊਜ਼ ਵੀ ਕਵਰ ਹੋ ਗਈਆਂ, ਤੇ ਇੱਕ ਵਾਰ ਆਈਆਂ ਨੇ ਸਿਰਫ। ਤਾਂ ਇਹ ਪਹਿਲੀ ਲਾਈਨ ਤੁਸੀਂ ਯਾਦ ਕਰ ਲੈਣੀ ਆ। ਹੁਣ ਕੌਸ ਦੀ ਗੱਲ ਕਰਦੇ ਹਾਂ। ਡੋਮੇਨ ਇਹ 'ਚ ਵੀ ਸੇਮ ਆ, -1 to 1, ਪਰ ਇਹਦੀ ਜੋ ਰੇਂਜ ਹੈ, ਹੁਣ ਰੇਂਜ ਦੇਖੋ 0 to π ਹੈ। ਇਹ ਕਿਉਂ ਹੈ? ਹੁਣ ਇਹ 'ਚ ਆਪਾਂ ਐਂ ਤਾਂ ਨਹੀਂ ਲੈ ਸਕਦੇ। ਉਹਦਾ ਕਾਰਨ ਕੀ ਆ, ਜੇ ਮੈਂ ਤੁਹਾਨੂੰ ਇੱਥੇ ਦੱਸਾਂ, ਜਿਹੜਾ ਕੌਸ ਹੈ ਉਹ ਇੱਥੇ ਪੋਜ਼ਿਟਿਵ ਹੈ, ਇੱਥੇ ਨੈਗੇਟਿਵ ਹੈ, ਇੱਥੇ ਫੇਰ ਨੈਗੇਟਿਵ ਹੈ, ਇੱਥੇ ਪੋਜ਼ਿਟਿਵ ਹੈ। ਜੇ ਹੁਣ ਆਪਾਂ ਬੇਟਾ ਇਹੀ ਵੈਲਿਊਜ਼ ਲੈਣ ਲੱਗੇ, ਆ ਵੀ ਪੋਜ਼ਿਟਿਵ ਆ ਗਈਆਂ, ਇਹ ਵੀ ਪੋਜ਼ਿਟਿਵ, ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਸੀ ਵੀ ਸਾਰੀਆਂ ਵੈਲਿਊਜ਼ ਤਾਂ ਇੱਕ ਕੁਆਡਰੈਂਟ 'ਚ ਸਾਰੀਆਂ ਕੰਟੇਨ ਹੋ ਗਈਆਂ, ਫਿਰ ਦੁਬਾਰਾ ਪੋਜ਼ਿਟਿਵ ਦਾ ਕੀ ਫਾਇਦਾ? ਤੇ ਪੋਜ਼ਿਟਿਵ 2 ਵਾਰ ਆ ਜਾਣਗੀਆਂ ਤੇ ਨੈਗੇਟਿਵ 1 ਵਾਰ ਵੀ ਨਹੀਂ ਆਈ। ਤਾਂ ਇਹ ਨਹੀਂ ਲੈਣ ਦਾ ਫਾਇਦਾ। ਕੌਸ ਦੇ ਕੇਸ 'ਚ ਆਪਾਂ ਨੂੰ ਇਹ ਲੈਣ ਦਾ ਫਾਇਦਾ, ਕਿਉਂਕਿ ਪਹਿਲਾ ਤੇ ਦੂਜਾ ਕੁਆਡਰੈਂਟ, ਇਹਦਾ ਕੀ ਫਾਇਦਾ ਹੋਊਗਾ, ਇਹਦੇ ਵਿੱਚ ਸਾਰੀਆਂ ਪੋਜ਼ਿਟਿਵ ਵੈਲਿਊਜ਼ ਆ ਜਾਣਗੀਆਂ, ਇਹ 'ਚ ਸਾਰੀਆਂ ਨੈਗੇਟਿਵ। ਤਾਂ ਮੈਂ ਇੱਥੇ ਵੀ ਨਾਲ ਇਹਦੇ ਸਾਹਮਣੇ ਬਣਾ ਰੱਖਿਆ ਕਿ ਸਾਰੀਆਂ ਪੋਜ਼ਿਟਿਵ ਤੇ ਨੈਗੇਟਿਵ ਵੈਲਿਊ ਇੱਥੇ ਕਵਰ ਹੁੰਦੀਆਂ ਨੇ, ਤਾਂ ਕਰਕੇ ਆਪਾਂ 0 to π ਲੈਤਾ, ਨਾ ਕਿ ਉਹ ਲੈਣਾ, ਕਿਉਂਕਿ ਉਹ 'ਚ ਇੱਥੇ ਦੋਨੇ ਜਗ੍ਹਾ ਤੇ ਪੋਜ਼ਿਟਿਵ ਹੋ ਗਈਆਂ ਸੀ। ਤਾਂ ਤੁਸੀਂ ਕੌਸ ਵੀ ਐਵੇਂ ਯਾਦ ਰੱਖ ਲੈਣਾ। ਹੁਣ ਅਗਲੀ ਗੱਲ ਕਰਦੇ ਹਾਂ ਟੈਨ ਦੀ। ਟੈਨ ਇਨਵਰਸ ਹੁੰਦਾ ਜਿਹੜਾ, ਇਹਦੇ ਵਿੱਚ ਆਪਾਂ ਕੋਈ ਵੀ ਵੈਲਿਊ ਭਰ ਸਕਦੇ ਹਾਂ, ਕਿਉਂਕਿ 1 ਤੋਂ ਵੱਡੀ ਵੀ 1 ਤੋਂ ਛੋਟੀ ਵੀ ਹਰੇਕ ਤਰ੍ਹਾਂ ਦੀ ਵੈਲਿਊ ਆ ਸਕਦੀ ਹੁੰਦੀ ਆ। ਤਾਂ ਇਹਦੀ ਜੋ ਪ੍ਰਿੰਸੀਪਲ ਵੈਲਿਊਜ਼ ਕਹਿ ਲਓ ਜਾਂ ਰੇਂਜ ਕਹਿ ਲਓ, ਤਾਂ ਉਹ ਕੀ ਹੈ, ਉਹ -π/2 to π/2 ਹੈ। ਇਹਦੇ ਵਾਂਗੂ ਬਸ ਥੋੜਾ ਜਿਹਾ ਫਰਕ ਹੈ, ਇਹਦੇ ਵਿੱਚ ਸਕੁਆਇਰ ਬ੍ਰੈਕਟ ਦੀ, ਇਹਦੇ 'ਚ ਰਾਉਂਡ ਬ੍ਰੈਕਟ ਹੈ। ਮਤਲਬ π/2 ਕਦੇ ਨਹੀਂ ਆ ਸਕਦਾ। ਉਹਦਾ ਕਾਰਨ ਵੈਸੇ ਇਹ ਹੈ ਕਿਉਂਕਿ tan π/2 ਤੁਹਾਨੂੰ ਯਾਦ ਹੋ, tan 90 ਇਨਫਿਨਿਟੀ ਹੁੰਦਾ, ਤਾਂ π/2 ਤਾਂ ਆਉਂਦਾ ਹੀ ਨਹੀਂ ਹੁੰਦਾ ਇਹਦੇ ਵਿੱਚ। ਤਾਂ ਇਹ ਐਵੇਂ ਕਿਉਂ ਲੈਤਾ, ਐਵੇਂ ਕਿਉਂ ਨਹੀਂ ਲੈਤਾ? ਤਾਂ ਦੇਖੋ tan ਦੇ ਵਿੱਚ ਕੀ ਹੈ, tan ਹੈ ਜਿਹੜਾ ਉਹ ਬਿਲਕੁਲ ਸਾਈਨ ਵਾਂਗੂ ਬਿਹੇਵ ਕਰਦਾ, ਇੱਥੇ ਪੋਜ਼ਿਟਿਵ ਹੈ ਤੇ ਇੱਥੇ ਨੈਗੇਟਿਵ ਆ। ਤਾਂ ਇੱਧਰ ਵੀ ਲੈਤਾ ਜਾ ਸਕਦਾ ਜੀ ਪੋਜ਼ਿਟਿਵ ਨੈਗੇਟਿਵ, ਪਰ ਇਹ ਇੱਧਰ ਹੀ ਲੈਂਦੇ ਹੁੰਦੇ ਆ, ਤੇ ਆਪਾਂ ਵੀ ਇੱਧਰ ਹੀ ਲੈਣਾ। ਤਾਂ ਇੱਥੇ tan ਪੋਜ਼ਿਟਿਵ ਹੈ, ਇੱਥੇ tan ਨੈਗੇਟਿਵ ਆ, ਤਾਂ ਸਾਰੀਆਂ ਵੈਲਿਊਜ਼ ਉੱਥੇ ਕਵਰ ਹੋ ਗਈਆਂ, -π/2 to π/2। ਰਾਉਂਡ ਬ੍ਰੈਕਟ ਦਾ ਧਿਆਨ ਰੱਖਣਾ, ਕਿਉਂਕਿ tan ਹੈ ਜਿਹੜਾ ਉਹ ਕਦੇ ਵੀ π/2 ਤੇ ਐਗਜ਼ਿਸਟ ਨਹੀਂ ਕਰਦਾ ਹੁੰਦਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕੋਸੀਕੈਂਟ ਦੀ। ਜਿਹੜਾ ਕੋਸੀਕੈਂਟ ਹੈ ਉਹ ਬਿਲਕੁਲ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੰਦਾ, ਜਿਹੜਾ ਸਾਈਨ ਹੈ, ਟੈਨ ਹੈ ਤੇ ਸਾਈਨ ਦਾ ਰੈਸੀਪ੍ਰੋਕਲ ਕੋਸੀਕੈਂਟ ਹੈ। ਇਹ ਤਿੰਨ ਜੋ ਮੈਂ ਟਿਕ ਲਾਏ ਨੇ, ਸਾਈਨ, ਟੈਨ ਤੇ ਸਾਈਨ ਦਾ ਰੈਸੀਪ੍ਰੋਕਲ ਕੋਸੀਕੈਂਟ, ਇਹ ਤਾਂ ਜਿਹੜੇ ਹੈਗੇ ਨੇ ਸਾਈਨ, ਟੈਨ ਤੇ ਕੋਸੀਕੈਂਟ, ਇਹ ਤਾਂ ਇੱਕੋ ਵਾਂਗੂ ਬਿਹੇਵ ਕਰਦੇ ਨੇ। ਠੀਕ ਹੈ। ਜਿਹੜੇ ਰਹਿ ਗਏ ਬਾਕੀ ਤਿੰਨੇ, ਕੌਸ, ਕੌਟ ਤੇ ਕੌਸ ਦਾ ਰੈਸੀਪ੍ਰੋਕਲ ਸੀਕੈਂਟ, ਕੌਸ,
cos ਦਾ ਰੈਸੀਪ੍ਰੋਕਲ ਸੀਕੈਂਟ ਤੇ cot ਇਹ ਤਿੰਨੇ ਇੱਕੋ ਵਾਂਗੂ ਬਿਹੇਵ ਕਰਦੇ ਆ। ਇੱਕੋ ਵਾਂਗੂ ਬਿਹੇਵ ਦਾ ਮਤਲਬ ਕਿਵੇਂ ਕਿ ਜਦੋਂ ਵੀ ਕਦੇ ਕਿ ਇਹਨਾਂ ਦੇ ਵਿੱਚ ਸਾइन tan ਤੇ ਕੋਸੀਕੈਂਟ ਦੇ ਵਿੱਚ ਹਮੇਸ਼ਾ ਹੀ ਇਹਦੀ ਗੱਲ ਆਉਣੀ ਹੈ, ਇਹ ਵੈਲਿਊਜ਼ ਦੀ ਮਤਲਬ -π/2 to π/2। ਜੋ cos ਸੀਕੈਂਟ cot ਨੇ ਇਹਨਾਂ ਦੇ ਵਿੱਚ ਹਮੇਸ਼ਾ ਇਹ ਵੈਲਿਊਜ਼ ਆਉਣੀਆਂ, ਮਤਲਬ 0 ਤੋਂ ਲੈ ਕੇ ਪਾਈ ਤੱਕ। ਠੀਕ ਆ, ਥੋੜਾ ਥੋੜਾ ਮਾਈਨਰ ਜਿਹਾ ਫਰਕ ਹੋਊਗਾ। ਉਹ ਕੀ ਫਰਕ ਹੈ ਦੇਖੋ, ਜਿਵੇਂ ਇਹ 'ਚ ਰਾਉਂਡ ਬ੍ਰੈਕਟ ਆ ਗਈ ਦੀ ਹਨਾ, ਤਿੰਨਾਂ ਦੀ ਗੱਲ ਕਰਦੇ ਆ। ਸਾइन ਤੇ tan ਤੇ ਕੋਸੀਕੈਂਟ ਕਿਵੇਂ ਸੇਮ ਨੇ, ਸਾइन ਤਾਂ ਸਿੱਖੇ ਗਏ, tan 'ਚ ਬਸ ਹੈਗੀ ਤਾਂ ਉਹੀ ਚੀਜ਼ ਹੈ, ਬਸ ਰਾਉਂਡ ਬ੍ਰੈਕਟ ਹੈ। ਉਵੇਂ ਕੋਸੀਕੈਂਟ ਦੇ ਵਿੱਚ ਹੈਗੀ ਤਾਂ -π/2 to π/2 ਹੈ, ਬਸ ਇੱਕ 0 ਮਾਈਨਸ ਕਰਤਾ। ਉਹਦਾ ਕਾਰਨ ਕੋਸੀਕੈਂਟ ਹੈ ਜਿਹੜਾ ਉਹ 0 ਤੇ ਅਨਡਿਫਾਈਨਡ ਹੁੰਦਾ, ਇਨਫਿਨਿਟੀ ਹੁੰਦਾ। ਤਾਂ ਕਰਕੇ ਦੇਖੋ ਤੁਸੀਂ ਤਿੰਨੇ ਚੀਜ਼ਾਂ -π/2 to π/2 ਹੀ ਨੇ, ਬਸ ਥੋੜਾ ਥੋੜਾ ਫਰਕ ਹੈ। ਉਹ ਤੁਸੀਂ ਯਾਦ ਰੱਖ ਲੈਣਾ ਵੀ ਇਹ 'ਚ ਸਕੁਅਰ ਬ੍ਰੈਕਟ ਹੈ ਜਾਂ ਰਾਉਂਡ ਹੈ, 'ਚ 0 ਮਾਈਨਸ ਕਰਿਆ ਹੋਇਆ। ਤੇ ਹੁਣ cos ਸੀਕੈਂਟ cot ਨੇ ਜਿਹੜੇ ਇਹਦੇ ਇੱਕੋ ਵਾਂਗੂ ਨੇ। cos ਹੈ ਜਿਹੜਾ 0 to π ਹੈ, ਸੀਕੈਂਟ ਹੈ ਜਿਹੜਾ ਇਹ ਵੀ 0 to π ਹੈ, ਬਸ ਇਹ 'ਚ -π/2 ਮਾਈਨਸ ਕਰਿਆ ਹੋਇਆ ਕਿਉਂਕਿ ਇੱਥੇ ਇਹ ਅਨਡਿਫਾਈਨਡ ਹੁੰਦਾ। ਤੇ ਜਿਹੜਾ cot ਆ ਉਹ ਵੀ ਦੇਖੋ 0 to π ਹੈ, ਰਾਉਂਡ ਬ੍ਰੈਕਟ ਹੈ। ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਬਿਲਕੁਲ ਆਪਸ 'ਚ ਯਾਦ ਰੱਖਣੇ ਸੌਖੇ ਨੇ। ਆ ਤਿੰਨਾਂ ਨੂੰ ਇੱਕੋ ਵਾਂਗੂ ਯਾਦ ਰੱਖਣਾ, ਤਿੰਨਾਂ ਨੂੰ ਇੱਕੋ ਵਾਂਗੂ। ਤੇ ਅੱਗੇ ਜੋ ਕੁਐਸਚਨ ਆਉਣਗੇ ਉਹ ਵੀ ਇਹਨਾਂ ਤਿੰਨਾਂ ਦੇ ਸੇਮ ਆਪਸ 'ਚ ਸੇਮ ਹੋਇਆ ਕਰਨਗੇ। ਜੋ ਅਗਲੀ ਵੀਡੀਓ 'ਚ ਆਪਾਂ ਕਰਾਂਗੇ ਇਹਨਾਂ ਤਿੰਨਾਂ ਦੇ ਆਪਸ 'ਚ ਸੇਮ ਹੋਣਗੇ। ਤਾਂ ਆਹ ਚੀਜ਼ ਤੁਸੀਂ ਚੰਗੀ ਤਰ੍ਹਾਂ ਯਾਦ ਰੱਖ ਲੈਣੀ ਆ। ਤੇ ਮੈਂ ਤੁਹਾਨੂੰ ਇੱਕ ਵਾਰ ਜੋ ਅੱਜ ਸਾਰਾ ਕਰਾਇਆ ਦੁਬਾਰਾ ਬੋਲ ਰਿਹਾ। ਉਹ ਗੱਲ ਇਹ ਹੈ ਕਿ ਜਦੋਂ ਆਪਾਂ ਟ੍ਰਿਗਨੋਮੈਟਰੀ ਪੜ੍ਹਦੇ ਹਾਂ ਤਾਂ ਉਹਦੇ ਜੋ ਫੰਕਸ਼ਨਸ ਹੁੰਦੇ ਆ ਟ੍ਰਿਗਨੋਮੈਟ੍ਰਿਕ, ਤਾਂ ਅੱਡ ਦੀ ਮਤਲਬ ਸੇਮ ਵੈਲਿਊ ਆ ਜਾਂਦੀ ਹੈ ਹਨਾ। ਜਿਵੇਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਇਆ ਸੀ ਕਿ 30 ਡਿਗਰੀ ਦੀ ਵੀ ਉਨੀ ਵੈਲਿਊ ਦੀ, ਸਾਈਨ ਹੋਰ ਕਿਸੇ ਐਂਗਲ ਦੀ ਵੀ ਉਨੀ ਵੈਲਿਊ ਦੀ, ਤਾਂ ਉਹ 1 ਨਹੀਂ ਰਿਹਾ। ਜੇ 1 ਨਹੀਂ ਰਿਹਾ ਤਾਂ ਇਨਵਰਸ ਟ੍ਰਿਗਨੋਮੈਟਰੀ ਨੇ ਤਾਂ ਐਗਜ਼ਿਸਟ ਹੀ ਨਹੀਂ ਕਰਨਾ ਸੀ। ਤਾਂ ਇਸ ਲਈ ਆਪਾਂ ਸਾਰੀਆਂ ਵੈਲਿਊਜ਼ ਦੀ ਗੱਲ ਨਹੀਂ ਕਰਦੇ ਇਨਵਰਸ ਟ੍ਰਿਗਨੋਮੈਟਰੀ ਦੇ ਵਿੱਚ। ਕੁਝ ਸਪੈਸ਼ਲ ਵੈਲਿਊਜ਼ ਚੂਜ਼ ਕਰ ਲੈਂਦੇ ਆ ਜੋ ਆਪਾਂ ਇਹ ਪਤਾ ਕਰੀਆਂ ਨੇ, ਜਿਹਨਾਂ ਨੂੰ ਆਪਾਂ ਪ੍ਰਿੰਸੀਪਲ ਵੈਲਿਊਜ਼ ਕਹਿ ਦਿੰਦੇ ਆ। ਠੀਕ ਹੈ ਨਾ, ਇਹ ਸਾਰੀਆਂ ਪ੍ਰਿੰਸੀਪਲ ਵੈਲਿਊਜ਼ ਨੇ ਆਪਣੇ ਆਪਣੇ ਫੰਕਸ਼ਨਸ ਦੀਆਂ। ਤਾਂ ਇਹਦਾ ਆਪਾਂ ਨੂੰ ਲੋੜ ਤਾਂ ਪਈ ਤਾਂ ਕਿ ਜੋ ਇਨਵਰਸ ਟ੍ਰਿਗਨੋਮੈਟਰੀ ਆ ਜੋ ਤੇ ਟ੍ਰਿਗਨੋਮੈਟਰੀ ਆ ਉਹ 1 ਬਣ ਸਕੇ ਤੇ ਇਨਵਰਸ ਟ੍ਰਿਗਨੋਮੈਟਰੀ ਆ ਜੋ ਐਗਜ਼ਿਸਟ ਕਰ ਸਕੇ। ਤਾਂ ਹੁਣ ਤੋਂ ਜੋ ਵੀ ਆਪਾਂ ਆਨਸਰ ਦਿਆ ਕਰਾਂਗੇ, ਮੰਨ ਲਓ ਸਾਈਨ ਇਨਵਰਸ 1/2 ਅਗਲਾ ਪੁੱਛ ਲੇ, ਤਾਂ ਜੋ ਇਹਦਾ ਆਨਸਰ ਦੇਣਾ ਉਹ ਆਪਾਂ ਇਹਦੇ ਵਿੱਚ ਦੇਣਾ। ਮਤਲਬ ਜਿਵੇਂ 1/2 ਹੁੰਦਾ 30 ਡਿਗਰੀ ਤੇ ਹੁੰਦਾ ਤਾਂ 30 ਡਿਗਰੀ ਦੇ ਵਿੱਚ ਆਉਂਦਾ, ਹਾਂ ਤਾਂ ਉਹੀ ਆਨਸਰ ਹੋਊਗਾ ਜੋ ਇਹ ਪ੍ਰਿੰਸੀਪਲ ਵੈਲਿਊਜ਼ ਦੇ ਵਿੱਚ ਆਊਗਾ। ਬਾਕੀ ਕੁਐਸਚਨ ਕਰਕੇ ਚੰਗੀ ਤਰ੍ਹਾਂ ਸਮਝ ਆਊਗੀ। ਸਿਰਫ ਟੇਬਲ ਯਾਦ ਕਰਕੇ ਵੀ ਕੰਮ ਚੱਲ ਜਾਂਦਾ ਹੁੰਦਾ, ਪਰ ਮੈਂ ਤੁਹਾਨੂੰ ਐਨ ਡਿਟੇਲ 'ਚ ਦੱਸਣ ਦੀ ਕੋਸ਼ਿਸ਼ ਕਰੀ ਆ ਕਿ ਇਨਵਰਸ ਟ੍ਰਿਗਨੋਮੈਟਰੀ ਦੇ ਵਿੱਚ ਪ੍ਰਿੰਸੀਪਲ ਵੈਲਿਊਜ਼ ਦਾ ਕੀ ਰੋਲ ਹੈ। ਤੇ ਇਹਦੇ ਨਾਲ ਹੀ ਆਪਣੇ ਜਿਹੜੇ ਕੁਐਸਚਨ ਨੇ ਉਹ ਹੋ ਜਾਣਗੇ। ਤਾਂ ਚੰਗੀ ਤਰ੍ਹਾਂ ਚਾਹੇ 2 ਵਾਰ ਇਹ ਵੀਡੀਓ ਦੇਖ ਲਿਓ, ਕੱਲੀ ਗੱਲ ਸਮਝ ਕੇ ਹੀ ਅੱਗੇ ਤੁਸੀਂ ਵਧਣਾ। ਥੈਂਕ ਯੂ।